प्रोग्राम का गुरबाज सिंह बराड़ सोच एक बार फिर स्वागत करते हैं। ते हुण साडी गलबात नामवर अर्थशास्त्री डॉक्टर प्रीतम सिंह होरां नाल होण जा रही है। डॉक्टर प्रीतम सिंह ऑक्सफोर्ड यूनिवर्सिटी च पढ़दे ते पढ़ाउंदे रहे ने। डी.फिल कीती उन्होंने उत्थों PhD के बराबर की डिग्री हुंदी है। जवाहर लाल नेहरू यूनिवर्सिटी च भी अध्ययन ते अध्यापन करते रहे। पंजाब यूनिवर्सिटी चंडीगढ़ च रीडर सन जदों अज तो तकरीबन 32-34 वरे पहला इंग्लैंड चले गए सन। ऑक्सफोर्ड च रहिंदे ने। साडे लई विशेष समा कढिया है। महंगाई ने लोगों का कंज्यूमर कढिया होया। वड्डे आगूआं वल्लों बयान दिते जा रहे ने, मीटिंगां हो रही ने, महंगाई नूं काबू पाउण दे यतन कीते जा रहे ने, पर महंगाई छालां मारदी उपर वल चढ़दी जा रही है। आम व्यक्तियों का जीना दुभर किया महंगाई ने। मुल्कां वल्लों किहो जिहियां नीतियां घड़ियां जान, पॉलिसियां अपनाईयां जान कि महंगाई नूं थां सिर रखिया जा सके। कि सिर्फ महज ब्याज दरां च वाधा कीते जाण नाल जां नोट घट छापण नाल महंगाई नूं रोकिया जा सकदा है? डॉक्टर प्रीतम सिंह होरां तो जानते हैं। डॉक्टर साहब स्वागत है जी तुहाडा। डॉक्टर साहब जी आए नूं। हाँ जी थैंक यू गुरबाज। डॉक्टर साहब महंगाई बारे गलबात करनी है। सारे G7 मुल्कां दे आगू भी चिंतित ने। जो बाइडन होरां ने अज भी दुनिया के आगुआं दे नाल गलबात कीती ते महंगाई नूं रोकण दे उपराले कर रहे ने। मैं समझदा तुहाडी अज दी गलबात तो साडे सुनने वाले जिहड़े नुमाइंदे ने सरकारां दे ओह भी सरकारां तक इहनूं पहुंचा सकदे ने ते फायदा लै सकदे ने। बड़ा कुछ निकलेगा अज दी गलबात चों। महंगाई असीं आम लोग समझदे हैं कि जदों चीज़ां वस्तां दे भाव वध जांदे ने, सानूं खुराकी वस्तां लई ਵਧੇਰੇ कीमतां ਤਾਰਨੀਆਂ ਪੈਂਦੀਆਂ ਨੇ, गैस ਪੈਟਰੋਲ ਡੀਜ਼ਲ ਦੇ ਭਾਅ ਵੱਧਦੇ ਨੇ ਤਾਂ ਸਾਨੂੰ ਲੱਗਦਾ ਕਿ ਮਹਿੰਗਾਈ ਆ ਗਈ, ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਗਈਆਂ। ਤੁਸੀਂ ਅਰਥਸ਼ਾਸਤਰੀ ਮਹਿੰਗਾਈ ਨੂੰ ਕਿਵੇਂ ਪ੍ਰਭਾਸ਼ਿਤ ਕਰਦੇ ਹੋ? ਮਹਿੰਗਾਈ ਜਿਹੜੀ ਹੁੰਦੀ ਹੈ ਉਹ ਦੋ ਹਾਲਤਾਂ ਵਿੱਚ ਹੁੰਦੀ ਹੈ। ਇੱਕ ਹੁੰਦੀ ਹੈ ਕਿ ਜਦੋਂ ਬਹੁਤ ਇਕਨੋਮਿਕ ਗਰੋਥ ਹੋ ਰਹੀ ਹੋਵੇ ਤੇ ਲੋਕਾਂ ਦੀ ਇਨਕਮ ਵਧ ਰਹੀ ਹੋਵੇ ਤੇ ਲੋਕਾਂ ਦੀ ਡਿਮਾਂਡ ਫਿਰ ਵੱਧਦੀ ਹੈ। ਡਿਮਾਂਡ ਵਧਣ ਨਾਲ ਫਿਰ ਹੈ ਜਿਹੜੀ ਸਪਲਾਈ ਉਹਦੇ ਨਾਲ ਮੈਚ ਨਹੀਂ ਹੁੰਦੀ, ਫਿਰ ਕੀਮਤਾਂ ਵਧਣ ਲੱਗ ਜਾਂਦੀਆਂ। ਔਰ ਪੁਰਾਣਾ ਜਿਹੜਾ ਇਨਫਲੇਸ਼ਨ ਦਾ ਜਾਂ ਮਹਿੰਗਾਈ ਦਾ ਕਾਰਨ ਆਮ ਤੌਰ 'ਤੇ ਇਹ ਲੱਭਿਆ ਜਾਂਦਾ ਸੀ ਕਿ ਗਰੋਥ ਕਰਕੇ ਹੁੰਦੀ ਹੈ। ਤੇ ਜਦੋਂ ਉਹਨੂੰ ਇਨਫਲੇਸ਼ਨ ਨੂੰ ਕੰਟਰੋਲ ਕਰਨ ਬਾਰੇ ਸੋਚਦੇ ਸੀ ਉਦੋਂ ਇਹ ਸੋਚਦੇ ਸੀ ਕਿ ਇਕੋਨਮੀ ਓਵਰਹੀਟ ਹੋ ਰਹੀ ਹੈ ਔਰ ਇਹਨੂੰ ਓਵਰਹੀਟ ਨੂੰ ਘੱਟ ਕਰਨ ਦੀ ਲੋੜ ਹੈ। ਤੇ ਉਹਦੇ ਵਿੱਚ ਇੱਕ ਜਿਹੜਾ ਤਰੀਕਾ ਅਡਾਪਟ ਕੀਤਾ ਜਾਂਦਾ ਸੀ ਉਹਨੂੰ ਅਸੀਂ ਕਹਿੰਦੇ ਇਕਨੋਮਿਕਸ ਵਿੱਚ ਮੋਨੀਟਰੀ ਪਾਲਿਸੀ। ਮੋਨੀਟਰੀ ਪਾਲਿਸੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਸੈਂਟਰਲ ਬੈਂਕ ਹੈ ਉਹ ਰੇਟ ਆਫ ਇੰਟਰਸਟ ਘੱਟ ਕਰ ਦਿੰਦੀ ਹੈ ਔਰ ਉਹ ਬਾਕੀ ਬੈਂਕਾਂ ਨੂੰ ਵੀ ਆਪਣੇ ਆਪ ਰੇਟ ਆਫ ਇੰਟਰਸਟ ਘੱਟ ਜਾਂਦਾ ਹੈ। ਉਹਦਾ ਉਲਟਾ ਜਦੋਂ ਮਹਿੰਗਾਈ ਹੁੰਦੀ ਹੈ ਤਾਂ ਉਹ ਰੇਟ ਆਫ ਇੰਟਰਸਟ ਵਧਾ ਦਿੰਦੇ ਆ। ਤਾਂ ਰੇਟ ਆਫ ਇੰਟਰਸਟ ਵਧਾਉਣ ਨਾਲ ਇਹ ਹੁੰਦਾ ਹੈ ਕਿ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਜਿਹੜੇ ਹਾਊਸ ਹੋਲਡਸ ਨੇ, ਘਰਾਂ 'ਚ ਲੋਕੀ ਆਪਣੇ ਖਰਚ ਵਾਸਤੇ ਬਾਰੋ ਕਰਦੇ ਆ। ਉਹਨਾਂ ਨੇ ਕਿਸੇ ਨੇ ਕਾਰ ਖਰੀਦਣੀ ਹੈ ਜਾਂ ਨਵਾਂ ਘਰ ਖਰੀਦਣਾ ਹੈ ਜਾਂ ਕੰਜ਼ਿਊਮਰ ਡਿਊਰੇਬਲ ਖਰੀਦਣੀਆਂ ਹੈ, ਜਿਨ੍ਹਾਂ ਵਿੱਚ ਓਬਵੀਅਸਲੀ ਕਾਰ ਜ਼ਿਆਦਾ ਇੰਪੋਰਟੈਂਟ ਹੈ, ਪਰ ਰੈਫਰੀਜਰੇਟਰ, TV ਤੇ ਹੋਰ ਜਿਹੜੀਆਂ ਵੀ ਗੈਜਟਸ ਹੁੰਦੀਆਂ ਤੇ ਉਹਨਾਂ ਦੀ ਡਿਮਾਂਡ ਘਟੇਗੀ। ਲੋਕੀ ਪੋਸਟਪੋਨ ਕਰ ਦਿੰਦੇ ਆ ਕਿ ਕੀਮਤਾਂ ਬਹੁਤ ਜ਼ਿਆਦਾ ਹੈ, ਚਲੋ ਰੁਕ ਜਾਓ 6 ਮਹੀਨੇ ਸਾਲ ਰੁਕ ਜਾਓ। ਉਹਦੇ ਨਾਲ ਟੋਟਲ ਇਕਾਨਮੀ ਤੇ ਉਹਨਾਂ ਦੀ ਅੰਡਰਸਟੈਂਡਿੰਗ ਹੈ ਕਿ ਉਹਦੇ ਨਾਲ ਘਟ ਜਾਂਦੀ ਹੈ। ਇਸੇ ਤਰ੍ਹਾਂ ਹੀ ਬਿਜ਼ਨਸ ਹੈ, ਜਿਹੜਾ ਬਿਜ਼ਨਸ ਵੀ ਜਦੋਂ ਰੇਟ ਆਫ ਇੰਟਰਸਟ ਵੱਧਦਾ ਹੋਵੇ ਤਾਂ ਉਹ ਜਿੰਨੀ ਉਹਨਾਂ ਨੂੰ ਰਿਟਰਨ ਹੁੰਦੀ ਹੈ ਬਿਜ਼ਨਸ ਤੋਂ, ਜੇ ਉਹਨਾਂ ਨੂੰ ਲੱਗੇ ਕਿ ਰੇਟ ਆਫ ਇੰਟਰਸਟ ਜ਼ਿਆਦਾ ਹੈ ਤੇ ਰਿਟਰਨ ਘੱਟ ਹੋਏਗੀ ਜਾਂ ਰਿਟਰਨ ਨੈਗੇਟਿਵ ਹੋਏਗੀ ਤਾਂ ਉਹ ਨਹੀਂ ਬਾਰੋ ਕਰਨਾ ਚਾਹੁੰਦੇ ਬੈਂਕਾਂ ਤੋਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿੰਨਾ ਅਸੀਂ ਪ੍ਰੋਫਿਟ ਲਿਆ ਉਹ ਰੇਟ ਆਫ ਇੰਟਰਸਟ 'ਚ ਚਲਾ ਜਾਏਗਾ। ਕਿਉਂਕਿ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਬਹੁਤ ਜ਼ਿਆਦਾ ਬਿਜ਼ਨਸ ਹੈ ਜਿਹੜਾ ਉਹ ਅੱਜ ਕੱਲ੍ਹ ਲੋਨ 'ਤੇ ਚੱਲਦਾ ਕਿ ਉਹ ਬੈਂਕਾਂ ਤੋਂ ਲੋਨ ਲੈਂਦੇ, ਜਿਨ੍ਹਾਂ ਨੂੰ ਅਸੀਂ ਕਰੋੜਾਂਪਤੀ ਅਰਬਾਂਪਤੀ ਵੀ ਕਹਿੰਦੇ ਹਾਂ। ਉਹਨਾਂ ਨੇ ਵੀ ਜਿਹੜਾ ਲੋਨ ਲਏ ਹੁੰਦੇ ਆ ਤੇ ਉਹ ਆਪਣਾ ਜੋ ਬਿਜ਼ਨਸ ਚਲਾਉਂਦੇ ਆ ਉਹਦੇ ਨਾਲ ਐਕਸਪੈਂਡ ਕਰਦੇ ਰਹਿੰਦੇ ਆ। ਤੇ ਸੋ ਪੁਰਾਣਾ ਤਰੀਕਾ ਤਾਂ ਇਹ ਹੈ ਕਿ ਇਕਾਨਮੀ ਓਵਰਹੀਟ ਹੋ ਰਹੀ ਹੈ, ਓਵਰਹੀਟ ਨੂੰ ਘੱਟ ਕਰਨ ਦੀ ਲੋੜ ਹੈ ਤੇ ਉਹਦੇ ਵਿੱਚ ਰੇਟ ਆਫ ਇੰਟਰਸਟ ਵਧਾਇਆ ਜਾਵੇ ਤੇ ਤਾਂ ਕਿ ਓਵਰਹੀਟ ਨੂੰ ਘੱਟ ਕੀਤਾ ਜਾਵੇ। ਪਰ ਜਿਹੜੀ ਇਨਫਲੇਸ਼ਨ ਹੈ ਰਹੀ ਹੈ ਉਹ ਇਹ ਨਹੀਂ ਹੈ। ਇਸੇ ਕਰਕੇ ਜਿਹੜੀ ਹੁਣ ਇਨਫਲੇਸ਼ਨ ਇਸ ਵਕਤ ਚੱਲ ਰਹੀ ਹੈ ਉਹਦੇ ਕਾਰਨ ਲੱਭਣੇ ਬਹੁਤ ਜ਼ਰੂਰੀ ਨੇ, ਕਿਉਂਕਿ ਪੁਰਾਣੇ ਤਰ੍ਹਾਂ ਦੀ ਨਹੀਂ ਹੈਗੀ, ਗਰੋਥ ਵੱਧ ਨਹੀਂ ਰਹੀ। ਗਰੋਥ ਤਾਂ ਸਟੈਗਨੈਂਟ ਹੈ। ਉਹਦੇ ਵਿੱਚ 2-3 ਚੀਜ਼ਾਂ ਇੰਪੋਰਟੈਂਟ ਨੇ।
ਇੱਕ ਤਾਂ ਇਸ ਵਕਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਯੂਕਰੇਨ ਕੌਨਫਲਿਕਟ ਹੈ ਰਸ਼ੀਆ ਤੇ ਯੂਕਰੇਨ ਦਾ। ਦੂਜਾ ਇਹਦੇ 'ਚ ਇਹ ਹੈ ਕਿ ਜਿਹੜਾ ਚੀਨ ਦੇ ਵਿੱਚ ਕੋਵਿਡ ਫੈਲਿਆ ਖਾਸ ਤੌਰ ਤੇ ਰੀਸੈਂਟਲੀ ਸ਼ੰਘਾਈ ਸ਼ਹਿਰ ਦੇ ਵਿੱਚ, ਉਸ ਦਾ ਸਭ ਤੋਂ ਵੱਡਾ ਕਮਰਸ਼ੀਅਲ ਸ਼ਹਿਰ ਹੈ। ਤੇ ਤੀਜਾ ਹੈ ਕਿ ਜਿਹੜਾ ਕੋਵਿਡ ਕਰਕੇ ਹੋਰ ਜਿਹੜੀਆਂ ਸਪਲਾਈ ਜਿਹੜੀ ਡਿਸਰਪਸ਼ਨ ਆਉਂਦੀਆਂ ਨੇ, ਇਹਨਾਂ ਤਿੰਨਾਂ ਚੀਜ਼ਾਂ ਨੇ ਰਲਾ ਕੇ ਇਹਨੂੰ ਮਤਲਬ ਸਪਲਾਈ ਨੈਟ ਡਿਸਰਪਸ਼ਨ ਕ੍ਰੀਏਟ ਕਰਤੀਆਂ, ਸਪਲਾਈ ਬੋਟਲਨੈਕਸ ਕ੍ਰੀਏਟ ਹੋ ਗਏ ਤੇ ਉਹਦੇ ਨਾਲ ਕੀਮਤਾਂ ਵਧੀਆਂ ਨੇ। ਜਿਹੜਾ ਰੂਸ ਤੇ ਯੂਕਰੇਨ ਦਾ ਕੌਨਫਲਿਕਟ ਹੈ ਉਹਦਾ ਸਿੱਧਾ ਇਫੈਕਟ ਦੋ ਚੀਜ਼ਾਂ ਤੇ ਹੋਇਆ, ਇੱਕ ਤਾਂ ਫੂਡ ਆਈਟਮਸ ਤੇ ਦੂਜਾ ਐਨਰਜੀ ਪ੍ਰਾਈਸਿਸ ਤੇ, ਕਿਉਂਕਿ ਰਸ਼ੀਆ ਬਹੁਤ ਵੱਡੀ ਸਪਲਾਈ ਕਰਦਾ ਖਾਸ ਤੌਰ ਤੇ ਗੈਸ ਦੀ, ਔਰ ਦੂਸਰੇ ਪਾਸੇ ਜਿਹੜਾ ਯੂਕਰੇਨ ਹੈ, ਯੂਕਰੇਨ ਆਪਣੇ ਪੰਜਾਬ ਵਾਂਗੂ ਬਹੁਤ ਖੇਤੀ ਕਰਨ ਵਾਲਾ ਦੇਸ਼ ਹੈ ਜਿੱਥੇ ਫੂਡ ਦੀ ਆਊਟਪੁੱਟ ਬਹੁਤ ਵੱਧਦੀ ਹੈ। ਔਰ ਉੱਥੇ ਹੋਇਆ ਕਿ ਹੁਣ ਇੱਕ ਤਾਂ ਜਿਹੜੀ ਮਤਲਬ ਫੂਡ ਦੀ ਡਿਸਟਰਪਸ਼ਨ ਹੋਈ ਹੈ, ਦੂਜਾ ਇਹ ਹੈ ਕਿ ਰੂਸ ਨੇ ਜਿਹੜਾ ਕਿ ਖਾਣਾ ਉੱਥੇ ਪੈਦਾ ਹੋਇਆ ਵੀ ਹੈ ਖੁਰਾਕ, ਉਹਨੂੰ ਬਾਹਰ ਜਾਣ ਤੇ ਰੋਕ ਲਾਈ ਹੋਈ ਹੈ। ਜਿੰਨੀਆਂ ਉਹਨਾਂ ਦੀ ਬੰਦਰਗਾਹਾਂ ਨੇ ਉਹਨਾਂ ਤੇ ਕਬਜ਼ਾ ਕਰ ਲਿਆ, ਤਾਂ ਯੂਕਰੇਨ ਤੋਂ ਬਾਹਰ ਨਹੀਂ ਜਾ ਸਕਦਾ। ਕਈ ਮੁਲਕ ਹੈ ਜਿਹੜੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਕਰੇਨ ਤੋਂ ਜਿਹੜਾ ਅਨਾਜ ਜਾਂਦਾ ਖਾਸ ਤੌਰ ਤੇ ਵੀਟ, ਉਹ ਤੇ ਡਿਪੈਂਡੈਂਟ ਨੇ, ਜਿਵੇਂ ਇਜਿਪਟ ਹੈ, ਹੋਰ ਕੰਟਰੀਜ਼ ਹੈ, ਉਹਨਾਂ ਦੀ 50% ਹੈ ਜਿਹੜੀ ਸਾਰੀ ਕੰਜ਼ੰਪਸ਼ਨ ਹੈ ਉੱਥੋਂ ਆਉਂਦੀ ਸੀ। ਸੋ ਉਹਦੇ ਨਾਲ ਫੂਡ ਦੀ ਘਾਟ ਹੋ ਗਈ। ਦੂਜਾ ਇਹ ਹੋਇਆ ਕਿ ਹੁਣ ਉੱਥੇ ਜਿਹੜੀ ਫਸਲ ਉੱਗਣੀ ਸੀਗੀ ਉਹ ਫਸਲ ਨਹੀਂ ਉੱਗੀ, ਤਾਂ ਅਗਾਂਹ ਦੇ ਵਿੱਚ ਵੀ ਘਾਟ ਪਏਗੀ, ਕਿਉਂਕਿ ਜਿਹੜੀਆਂ ਤੁਹਾਨੂੰ ਤਾਂ ਐਗਰੀਕਲਚਰ ਦਾ ਪਤਾ ਹੀ ਹੈ, ਔਰ ਤੁਹਾਡੇ ਸੁਣਨ ਵਾਲੇ ਲੋਕੀ ਵੀ ਉਹਨੂੰ ਕਾਫੀ ਐਗਰੀਕਲਚਰ ਬਾਰੇ ਹੋਣਗੇ ਕਿ ਕੱਲਾ ਜਦੋਂ ਖੇਤੀਬਾੜੀ ਤੇ ਨੁਕਸਾਨ ਨਹੀਂ ਹੁੰਦਾ ਕਿ ਖੜੀ ਫਸਲ ਹੈ ਜਿਹੜੀ ਉਹਦਾ ਨੁਕਸਾਨ ਹੋ ਜਾਵੇ। ਜਦੋਂ ਇਹ ਹੋ ਜਾਏ ਕਿ ਜਦੋਂ ਫਸਲ ਨੂੰ ਬੀਜਣਾ ਹੈ ਉਹ ਬੀਜਿਆ ਨਾ ਜਾਵੇ, ਤਾਂ ਅੱਜ ਤੋਂ 6 ਮਹੀਨੇ ਬਾਅਦ ਜਾਂ 9 ਮਹੀਨਿਆਂ ਬਾਅਦ ਉਹ ਫਸਲ ਦਾ ਨੁਕਸਾਨ ਹੋਏਗਾ। ਤੇ ਜਿਹੜੀਆਂ ਮਾਰਕੀਟਸ ਹੈ ਉਹ ਇਹਨੂੰ ਕਰ ਰਹੀਆਂ ਨੇ ਕਿ ਇਕੱਲੀ ਹੁਣ ਹੀ ਨਹੀਂ ਫੂਡ ਦੀ ਘਾਟ, ਅੱਜ ਤੋਂ 6 ਮਹੀਨੇ ਬਾਅਦ ਵੀ ਹੋਏਗੀ। ਉਹ ਜਿਹੜੀਆਂ ਮਾਰਕੀਟ ਦੀਆਂ ਐਕਸਪੈਕਟੇਸ਼ਨਸ ਨੇ ਕਿ ਫੂਡ ਦੀ ਸ਼ਾਰਟੇਜ ਹੋਏਗੀ, ਉਹਨੇ ਵੀ ਪ੍ਰਾਈਸ ਨੂੰ ਇਨਕਰੀਜ਼ ਕੀਤਾ। ਇੱਕ ਤਾਂ ਇਹ ਹੈ। ਦੂਜਾ ਇਹ ਹੈ ਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਕੋਵਿਡ ਲਾਕਡਾਊਨ ਹੋਇਆ ਰੀਸੈਂਟਲੀ ਸ਼ੰਘਾਈ ਦੇ ਵਿੱਚ। ਸ਼ੰਘਾਈ ਜਿਹੜਾ ਹੈ ਉਹ ਚੀਨ ਦਾ ਸਭ ਤੋਂ ਵੱਡਾ ਮੁਲਕ ਹੈ, ਸਭ ਤੋਂ ਵੱਡਾ ਦੇਸ਼ ਹੈ, ਕਮਰਸ਼ੀਅਲ ਸਿਟੀ ਹੈ, ਔਰ ਉਹ ਬਹੁਤ ਸਖਤ ਲਾਕਡਾਊਨ ਹੈ ਉੱਥੇ। ਉਹਦੇ ਪੋਜ਼ਿਟਿਵ ਐਸਪੈਕਟ ਵੀ ਨੇ, ਨੈਗੇਟਿਵ ਐਸਪੈਕਟ ਵੀ ਨੇ, ਕੋਵਿਡ ਨੂੰ ਕੰਟਰੋਲ ਕਰਨ ਦੇ ਪੁਆਇੰਟ ਆਫ ਵਿਊ ਤੋਂ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹ ਵੀ ਨੇ। ਪਰ ਉਹਦਾ ਜਿਹੜਾ ਇੱਕ ਇਫੈਕਟ ਹੋਇਆ ਕਿ ਕਿਉਂਕਿ ਉਹ ਐਡਾ ਵੱਡਾ ਕਮਰਸ਼ੀਅਲ ਸੈਂਟਰ ਹੈ, ਔਰ ਚੀਨ ਹੈ ਜਿਹੜਾ ਦੁਨੀਆ ਦਾ ਵਪਾਰ ਹੈ ਜਿਹੜਾ ਉਹ ਚੀਨ ਤੇ ਬਹੁਤ ਡਿਪੈਂਡ ਕਰਦਾ ਹੈ। ਚੀਨ ਇਸ ਵਕਤ ਇਕਨੋਮਿਕਲੀ ਅਮਰੀਕਾ ਨਾਲੋਂ ਵੀ ਜ਼ਿਆਦਾ ਪਾਵਰਫੁਲ ਕੰਟਰੀ ਹੈ, ਤੇ ਉਹਦੇ ਨਾਲ ਸਪਲਾਈ ਨੈਟਵਰਕ ਸਰ ਗਈਆਂ ਕਿ ਉੱਥੋਂ ਸ਼ੰਘਾਈ ਤੋਂ ਸਮਾਨ ਬਾਹਰ ਨਹੀਂ ਜਾ ਰਿਹਾ। ਜਿਵੇਂ ਫਾਰ ਐਗਜ਼ਾਮਪਲ ਜੇ ਕਿਸੇ ਨੇ ਕਾਰ ਬਣਾਉਣੀ ਹੈ ਤਾਂ ਕਾਰ ਦੇ ਪਾਰਟਸ ਨਹੀਂ ਉੱਥੋਂ ਆ ਰਹੇ, ਉਹਦੇ ਨਾਲ ਕੰਮ ਰੁਕ ਗਿਆ। ਤਾਂ ਜਿਹੜੇ ਜ਼ਿਆਦਾ ਪ੍ਰਾਈਸ ਬਿਡ ਕਰ ਸਕਦੇ ਆ ਉਹ ਘੱਟ ਸਪਲਾਈ ਹੋ ਰਹੀ ਹੈ, ਉਹ ਖਰੀਦ ਲੈਣਗੇ, ਦੂਜੇ ਪਿੱਛੇ ਰਹਿ ਜਾਣਗੇ। ਉਹਦੇ ਨਾਲ ਸਪੇਅਰ ਪਾਰਟਸ ਦੀ ਜਿਹੜੀਆਂ ਕੀਮਤਾਂ ਵੱਧ ਗਈਆਂ। ਤੇ ਤੀਜਾ ਜਿਹੜਾ ਮੈਂ ਐਨਰਜੀ ਦੀ ਗੱਲ ਕੀਤੀ ਹੈ ਕਿ ਗੈਸ ਹੈ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਰੂਸ ਸਪਲਾਈ ਕਰਦਾ ਹੈ। ਰੂਸ ਆਇਲ ਦੀ ਵੀ ਬਹੁਤ ਸਪਲਾਈ ਕਰਦਾ ਹੈ, ਔਰ ਉਹਦੇ ਵਿੱਚ ਲੜਾਈ ਲੱਗਣ ਨਾਲ ਜਿਹੜਾ ਉਹਨਾਂ ਨੇ ਸੈਂਕਸ਼ਨਸ ਲਾਈਆਂ ਅਮਰੀਕਾ ਨੇ ਤੇ ਯੂਰਪ ਨੇ, ਉਹਨਾਂ ਸੈਂਕਸ਼ਨ 'ਚ ਕਿ ਅਸੀਂ ਉੱਥੋਂ ਆਇਲ ਨਹੀਂ ਲੈਣਾ, ਪੈਟਰੋਲ ਨਹੀਂ ਲੈਣਾ, ਗੈਸ 'ਤੇ ਪਾਬੰਦੀਆਂ ਲੈਣੀਆਂ, ਉਹਦੇ ਨਾਲ ਸ਼ਾਰਟੇਜ ਹੋ ਗਈ। ਤੇ ਜਿਹੜੀਆਂ ਗੈਸ ਕੰਪਨੀਆਂ ਤੇ ਆਇਲ ਕੰਪਨੀਆਂ ਉਹਨਾਂ ਨੇ ਕੀਮਤਾਂ ਵਧਾਤੀਆਂ। ਸੋ ਇਹਦੇ ਪਿੱਛੇ ਜਿਹੜੇ ਫੈਕਟਰਸ ਨੇ ਉਹ ਜਿਹੜੇ ਟ੍ਰੈਡੀਸ਼ਨਲ ਫੈਕਟਰ ਸੀਗੇ ਕਿ ਗਰੋਥ ਨਾ ਹੁੰਦੀ ਇਨਫਲੇਸ਼ਨ, ਉਹ ਨਹੀਂ ਹੈ। ਇਸ ਵਕਤ ਇੱਕ ਕੰਬੀਨੇਸ਼ਨ ਆਫ ਥੀਸ ਥਿੰਗਸ which has led to this inflation। ਇਹ ਕਾਰਨ ਹੈ ਇਹਦਾ। ਜੀ ਸਾਡੇ ਇੱਥੇ ਕੈਨੇਡਾ 'ਚ ਮੈਂ ਦੇਖ ਰਿਹਾ ਸੀ ਕਿ ਤਾਜ਼ੇ ਫਲਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 10% ਵੱਧ ਗਈਆਂ ਨੇ। ਮੀਟ ਤੇ ਮੀਟ ਉਤਪਾਦ 10% ਤੋਂ ਵਧੇਰੇ ਵਧੇ ਨੇ। ਬ੍ਰੈਡ ਤੇ ਕਾਫੀ ਦੇ ਭਾਅ ਵੀ 12-13% ਉੱਪਰ ਚੜ੍ਹ ਗਏ ਨੇ। ਇਵੇਂ ਇਹ ਜਿਹੜੇ 30 ਸਾਲਾਂ ਤੋਂ ਬਾਅਦ ਇੰਨੀ ਵਾਰ 31 ਵਰਿਆਂ ਸਭ ਤੋਂ ਜ਼ਿਆਦਾ ਕੀਮਤਾਂ ਉੱਪਰ ਚੜੀਆਂ ਨੇ। ਮਹਿੰਗਾਈ ਦਰ ਕੈਨੇਡਾ 6.8% ਤੇ ਪਹੁੰਚੀ ਹੋਈ ਹੈ, ਤੇ ਭਾਰਤ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਜੀ 8% ਦੇ ਕਰੀਬ ਰਿਹਾ ਮਹਿੰਗਾਈ ਦਾ ਅੰਕੜਾ ਪ੍ਰਚੂਨ ਖੇਤਰ 'ਚ ਜਿਹੜੇ ਭਾਰਤ ਦੇ ਅੰਕੜੇ ਨੇ। ਤੇ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੀਆਂ ਖਾਦ ਪਦਾਰਥਾਂ ਦੀ ਕਮੀ ਆ ਸਕਦੀ ਹੈ। ਖਾਦ ਪਦਾਰਥਾਂ ਦੇ ਕਮੀ ਆਉਣ ਦੇ ਜਿਹੜੇ ਖਦਸ਼ੇ ਨੇ ਇਹ ਉਹਨਾਂ ਲੋਕਾਂ ਨੂੰ ਵੀ ਪਤਾ ਨੇ ਜਿਨ੍ਹਾਂ ਨੇ ਫਾਇਦੇ ਖੱਟਣੇ ਹੁੰਦੇ ਨੇ। ਮਹਿੰਗਾਈ ਤੋਂ ਕਿਸੇ ਨੂੰ ਫਾਇਦਾ ਵੀ ਹੁੰਦਾ ਜਿਹੜੇ ਕੋਈ ਸਟਾਕ ਇਕੱਠਾ ਕਰਕੇ ਰੱਖ ਲੈਂਦੇ ਨੇ,
ਭੰਡਾਰ ਕਰ ਲੈਂਦੇ ਨੇ। ਹਾਂ ਬਿਲਕੁਲ, ਇਹ ਜਿਹੜਾ ਤੁਸੀਂ ਹੁਣ ਗੱਲ ਕੀਤੀ ਨਾ ਕਿ ਜਿਹੜੀਆਂ ਆਈਟਮਸ ਗਿਣੀਆਂ ਤੁਸੀਂ, ਉਹਨਾਂ ਦੇ ਵਿੱਚ ਪ੍ਰਾਈਸਿਸ ਵੱਧ ਰਹੀਆਂ। ਉਸ ਪ੍ਰਾਈਸਿਸ ਵਧਣ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਜਦੋਂ ਸ਼ਾਰਟੇਜ ਹੁੰਦੀ ਹੈ ਤਾਂ ਜਿਹੜੇ ਸਪੈਕੂਲੇਟਰਸ ਨੇ, ਸਪੈਕੂਲੇਟਰਸ ਨੂੰ ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਆ, ਜਿਨ੍ਹਾਂ ਦਾ ਕੰਮ ਹੀ ਹੁੰਦਾ ਹੈ ਕਿ ਅੰਦਾਜ਼ਾ ਲਾਉਣਾ ਮਾਰਕੀਟ ਦੇ ਵਿੱਚ ਕੀ ਬਣੂਗਾ, ਉਹ ਹੋਲਡ ਕਰਦੇ ਆ। ਤਾਂ ਇਹ ਬੜੀ ਅਜੀਬ ਗੱਲ ਹੈ ਕਿ ਜਦੋਂ ਸ਼ਾਰਟੇਜ ਹੁੰਦੀ ਹੈ ਕਿਸੇ ਕਮੋਡਿਟੀ ਦੀ, ਉਦੋਂ ਜਿਹੜੇ ਸਪੈਕੂਲੇਟਰਸ ਹੋਰ ਵੀ ਐਕਟਿਵ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਕੀਮਤਾਂ ਵੱਧ ਰਹੀਆਂ ਨੇ ਤਾਂ ਚੀਜ਼ਾਂ ਕੰਟਰੋਲ ਕਰ ਲਓ। ਜੇ ਕਾਫੀ ਹੈ, ਕਾਫੀ ਜਿੰਨੀ ਦੀ ਸਾਰੀ ਕਾਫੀ ਖਰੀਦ ਲਓ ਮਾਰਕੀਟ ਦੇ ਵਿੱਚੋਂ, ਤੇ ਅੱਜ ਤੋਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਹੋਰ ਵੀ ਵਧੂਗੀ, ਉਦੋਂ ਸਪਲਾਈ ਕਰਾਂਗੇ। ਇਸੇ ਤਰ੍ਹਾਂ ਹੀ ਖੁਰਾਕ 'ਚ ਹੁੰਦਾ ਹੈ। ਤਾਂ ਜਿਹੜੇ ਸਪੈਕੂਲੇਟਰਸ ਨੇ ਉਹ ਹੋਰ ਵੀ ਐਕਟਿਵ ਹੋ ਜਾਂਦੇ ਨੇ। ਤੇ ਸਪੈਕੂਲੇਟਰ ਦੀ ਗੱਲ ਤਾਂ ਇਹ ਹੈ ਕਿ ਲੈਨਨ ਜਿਹੜਾ ਇੱਕ ਬੜਾ ਵੱਡਾ ਇਨਕਲਾਬੀ ਸੀ ਰੂਸ ਦਾ, ਉਹਨੇ ਇੱਕ ਕਿਹਾ ਸੀ ਕਿ ਜਿਹੜੇ ਸਪੈਕੂਲੇਟਰ ਦੇ ਨੀਡ ਟੂ ਬੀ ਸ਼ਾਟ, ਉਹ ਦੇ ਆਰ ਟੈਰਰਿਸਟ। ਕਿ ਜਿਹੜੇ ਲੋਕੀ ਤਾਂ ਇਹ ਕਹਿੰਦੇ ਨਾ ਜਿਹੜੇ ਗੋਲੀਆਂ ਮਾਰ ਕੇ ਮਾਰਦੇ ਆ, ਜਿਹੜੇ ਸਪੈਕੂਲੇਟਰ ਦਾ ਦੇ ਲੀਡ ਟੂ ਡੈਥ, ਮੈਲ ਨਿਊਟ੍ਰੀਸ਼ਨ ਹੁੰਦੀ ਹੈ, ਅੰਡਰ ਨਿਊਟ੍ਰੀਸ਼ਨ ਹੁੰਦੀ ਹੈ, ਉਹਦੇ ਨਾਲ ਡੈਥਸ ਵੱਧਦੀਆਂ, ਕੁਦਰਤੀ ਗੱਲ ਹੈ। ਤੇ ਸੋ ਇੱਕ ਤਾਂ ਇਹ ਹੈ ਕਿ ਕੁਝ ਚੀਜ਼ਾਂ ਦੀ ਘਾਟ ਹੈ ਨਹੀਂ ਗੀ, ਵੈਸੇ ਕੁਝ ਚੀਜ਼ਾਂ ਦੀ ਘਾਟ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀਆਂ ਖੁਰਾਕ ਦੀਆਂ ਚੀਜ਼ਾਂ ਨੇ, ਖਾਸ ਤੌਰ ਤੇ ਕਣਕ ਹੈ ਜਿਹੜੀ, ਉਹ ਯੂਕਰੇਨ ਤੋਂ ਇਫੈਕਟ ਹੁੰਦੀ ਹੈ। ਪਰ ਕਾਫੀ ਦੀਆਂ ਕੀਮਤਾਂ ਤੇ ਯੂਕਰੇਨ ਕਰਕੇ ਨਹੀਂ ਫਰਕ ਪੈ ਰਿਹਾ, ਇਲੈਕਟ੍ਰੀਕਲ ਗੁਡਸ ਤੇ ਕੋਈ ਫਰਕ ਨਹੀਂ ਪੈ ਰਿਹਾ ਉੱਥੋਂ ਦੀ ਯੂਕਰੇਨ ਕਰਕੇ। ਗੈਸ ਦੀਆਂ ਕੀਮਤਾਂ ਤੇ ਫਰਕ ਪੈ ਰਿਹਾ ਰੂਸ ਦੀ ਕਰਕੇ। ਦੂਜੀਆਂ ਜਿਹੜੀਆਂ ਆਈਟਮਸ ਆ ਉਹਨਾਂ 'ਚ ਬਹੁਤ ਵੱਡੀ ਹੋਰਡਿੰਗ ਹੋ ਰਹੀ ਹੈ ਔਰ ਉਹ ਹੋਰਡਿੰਗ ਇਸੇ ਕਰਕੇ ਕਿ ਉਹ ਫਿਊਚਰ ਦੇ ਵਿੱਚ ਪ੍ਰੋਫਿਟ ਲੈਣਾ ਚਾਹੁੰਦੇ ਨੇ। ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਮਹਿੰਗਾਈ ਦਾ ਭਾਰ ਸਹਿਣਾ ਪੈ ਰਿਹਾ ਹੈ, ਜਿਹਦੇ 'ਚ ਲੋਅਰ ਮਿਡਲ ਕਲਾਸ, ਈਵਨ ਮਿਡਲ ਕਲਾਸ ਵੀ ਇਫੈਕਟ ਹੋ ਰਹੀ ਹੈ। ਦੂਜੇ ਪਾਸੇ ਇਹ ਹੈ ਕਿ ਜਿਹੜੀਆਂ ਆਇਲ ਕੰਪਨੀਆਂ ਨੇ ਉਹਨਾਂ ਦੇ ਪ੍ਰੋਫਿਟ ਬਹੁਤ ਹੀ ਵੱਧ ਗਏ ਨੇ। ਤਾਂ ਮਤਲਬ ਇਹ ਦੋ ਚੀਜ਼ਾਂ ਇੱਕੋ ਦਮ ਐਗਜ਼ਿਸਟ ਕਰ ਰਹੀਆਂ ਨੇ, ਕਿਉਂਕਿ ਉਹਨਾਂ ਨੇ ਜਿਹੜੀ ਕੀਮਤ ਸਪਲਾਈ ਘੱਟ ਹੋਣ ਕਰਕੇ ਵਧਾਉਣੀ ਸੀ, ਉਹਦੇ ਨਾਲ ਵੀ ਅੱਗੇ ਨਾਲ ਵਧਾਤੀ। ਤੇ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਤੇ BP ਦਾ, ਬ੍ਰਿਟਿਸ਼ ਪੈਟਰੋਲੀਅਮ ਦਾ ਜਿਹੜਾ ਹੈਡ ਸੀਗਾ, ਉਹਨੇ ਸਪੀਚ ਕਿਹਾ ਕਿ ਉਹ ਤਾੜੀਆਂ ਮਾਰਦਾ ਸੀ ਜਦੋਂ ਕੀਮਤਾਂ ਵੱਧ ਰਹੀਆਂ ਸੀ। ਕਹਿੰਦਾ ਵੀ ਇੰਨਾ ਪੈਸਾ ਇਕੱਠਾ ਹੋ ਰਿਹਾ ਕਿ ਸੋਚਿਆ ਵੀ ਨਹੀਂ ਸੀ ਕਦੇ। ਸੋ ਉਹਦੇ ਨਾਲ ਜਿਹੜੀਆਂ ਆਇਲ ਕੰਪਨੀਜ਼ ਹੈ ਉਹਨਾਂ ਕੋਲ ਸੁਪਰ ਪ੍ਰੋਫਿਟਸ ਆ ਰਹੇ ਨੇ। ਇਸੇ ਕਰਕੇ ਹੁਣ ਨਵੀਂ ਗੱਲ ਇੱਕ ਚੱਲ ਰਹੀ ਹੈ ਕਿ ਵਿੰਡਫਾਲ ਟੈਕਸ ਹੋਣਾ ਚਾਹੀਦਾ, ਕਿ ਇਹ ਜਿਹੜੇ ਸੁਪਰ ਪ੍ਰੋਫਿਟ ਬਣਾ ਰਹੇ ਨੇ, ਭਾਵੇਂ ਉਹ 5 ਸਾਲ ਲਈ ਲਾਏ ਜਾਣ, ਭਾਵੇਂ 10 ਸਾਲ ਲਈ ਲਾਏ, ਇਹਨਾਂ ਦੇ ਸਪੈਸ਼ਲ ਟੈਕਸ ਲਾਇਆ ਜਾਵੇ। ਉਹ ਅਮਰੀਕਾ 'ਚ ਵੀ ਗੱਲ ਚੱਲ ਰਹੀ ਹੈ, ਜੋ ਬਾਈਡਨ ਕਰ ਰਿਹਾ। ਤੁਹਾਡੇ ਮੁਲਕ 'ਚ ਤਾਂ ਨਹੀਂ ਮੈਨੂੰ ਪਤਾ, ਸ਼ਾਇਦ ਉੱਥੇ ਵੀ ਹੈ, ਇੱਥੇ ਵੀ ਹੈ, ਇੱਥੇ ਵੀ ਗੱਲ ਚੱਲਦੀ। ਇੰਡੀਆ 'ਚ ਨਹੀਂ ਗੱਲ ਚੱਲੀ, ਉਹ ਚਲਾਵਾਂਗੇ ਹੁਣ। ਸਿੰਘ ਨੂੰ ਵਾਰਾ ਖਾਂਦੀ ਹੈ ਜੀ, NDP ਨੂੰ ਵਾਰਾ ਖਾ ਸਕਦੀ ਜਿਹੜੀ ਤੁਸੀਂ ਸਲਾਹ ਦੇ ਰਹੇ ਹੋ। NDP ਹਮੇਸ਼ਾ ਇਸ ਗੱਲ ਤੇ ਸਟੈਂਡ ਕਰਦੀ ਰਹੀ ਹੈ ਕਿ ਅਮੀਰਾਂ ਤੇ ਟੈਕਸ ਲਾਓ ਤੇ ਇਹਦਾ ਮੱਧ ਵਰਗ ਨੂੰ ਫਾਇਦਾ ਪਹੁੰਚਾਓ। ਗੱਲਬਾਤ ਆਪਾਂ ਜਾਰੀ ਰੱਖਦੇ। ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂ, ਕਿਉਂਕਿ ਜਿਹੜਾ ਸਾਰਾ ਕੁਝ ਮੰਡੀ ਤੇ ਛੱਡ ਦੇਣਾ, ਉਹਦਾ ਗਰੀਬ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ, ਘੱਟ ਇਨਕਮ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ। ਕਿ ਜਿਹੜਾ ਵੈਲਫੇਅਰ ਸਟੇਟ ਸੀਗਾ, ਵੈਲਫੇਅਰ ਸਟੇਟ ਦਾ ਇਹ ਸੀਗਾ ਕਿ ਜਿਹੜੇ ਅਮੀਰਾਂ ਤੇ ਲਾਓ ਟੈਕਸ, ਉਹ ਟੈਕਸ ਸਰਕਾਰ ਕੋਲੇ ਆਵੇ। ਉਸ ਟੈਕਸ ਦੇ ਵਿੱਚੋਂ ਸਰਕਾਰ ਜਿਹੜੇ ਘੱਟ ਇਨਕਮ ਵਾਲੇ ਲੋਕ ਹੈ ਉਹਨਾਂ ਨੂੰ ਸਬਸਿਡੀ ਦੇਵੇ, ਭਾਵੇਂ ਉਹ ਆਟੇ 'ਚ ਦੇਵੇ, ਭਾਵੇਂ ਦਾਲਾਂ 'ਚ ਦੇਵੇ, ਭਾਵੇਂ ਹੋਰ ਚੀਜ਼ਾਂ 'ਚ ਦੇਵੇ। ਕਈ ਵਾਰ ਤਾਂ ਇਹ ਕਹਿ ਸਕਦੇ ਆ ਕਿ ਤੁਸੀਂ ਸਿੱਧਾ ਉਹਨਾਂ ਨੂੰ ਕੈਸ਼ ਹੀ ਦੇ ਦਿਓ ਤਾਂ ਕਿ ਉਹਨਾਂ ਦਾ ਜਿਹੜਾ ਭਾਰ ਹੈ ਘਟੇ। ਉਹਦੀ ਗੱਲ ਹੁਣ ਦੁਬਾਰਾ ਫਿਰ ਹੋਣੀ ਸ਼ੁਰੂ ਹੋ ਗਈ। ਇਹ ਡਰਾਈਵਰਾਂ ਨੂੰ ਜੀ ਇਹ ਗੱਲ ਜੋ ਗ੍ਰੇਟ ਡਿਪਰੈਸ਼ਨ ਹੋਇਆ ਸੀ 1929-33 'ਚ, ਉਦੋਂ ਬਾਅਦ ਸ਼ੁਰੂ ਹੋਈ ਸੀ ਤੇ ਹੁਣ ਫਿਰ ਇਹ ਗੱਲ ਚੱਲੀ ਹੈ। $110 ਸਧਾਰਨ ਡਰਾਈਵਰ ਨੂੰ ਗੈਸ ਦੇ ਭਾਅ 'ਚ ਰਾਹਤ ਦੇਣ ਦੇ ਲਈ BC ਦੀ ਸਰਕਾਰ, ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉਹਨਾਂ ਦੇ ਖਾਤਿਆਂ 'ਚ ਪਾਉਣੇ, ਸਿੱਧਾ ਡਿਪੋਜ਼ਿਟ ਕਰਾਉਣੇ ਆ। ਉਹ ਕਈਆਂ ਦੇ ਆ ਗਏ, ਕਈਆਂ ਦੇ ਹੁਣ ਜੂਨ ਛੁੱਟੀਆਂ ਦੇ ਮਹੀਨੇ ਆ ਜਾਣੇ। ਪਰ ਉਹ ਕਹਿੰਦੇ ਵੀ ਇਹ ਤਾਂ ਬਹੁਤ ਤੁੱਛ ਹੈ, ਕਿਉਂਕਿ ਸਾਡੇ ਮੈਟਰੋ ਵੈਨਕੂਵਰ ਇਲਾਕੇ 'ਚ ਗੈਸ ਇਸ ਕਰਕੇ ਜ਼ਿਆਦਾ ਮਹਿੰਗੀ ਹੈ ਕਿ 1 ਲੀਟਰ ਉੱਪਰ ਅਸੀਂ 56-57 ਸੈਂਟ ਟੈਕਸ ਦੇ ਰੂਪ 'ਚ ਹੀ ਪੇ ਕਰ ਰਹੇ ਹਾਂ। ਟਰਾਂਸਲਿੰਕ ਦਾ ਟੈਕਸ ਆ, ਹੋਰ ਸਬਾਈ ਤੇ ਫੈਡਰਲ ਟੈਕਸ ਲਾ ਕੇ 60 ਸੈਂਟ ਦੇ ਕਰੀਬ ਅਸੀਂ 1 ਲੀਟਰ ਪਿੱਛੇ ਟੈਕਸ ਅਦਾ ਕਰੀ ਜਾ ਰਹੇ ਹਾਂ। ਮਹਿੰਗਾਈ ਨੇ ਕੁੱਲ ਦੁਨੀਆ ਦੇ ਵਿੱਚ ਸਿਆਸਤਦਾਨਾਂ ਨੂੰ ਵਾਹਣੀ ਪਾਇਆ ਹੋਇਆ। G7 ਮੁਲਕਾਂ ਦੀ ਗੱਲ ਕਰੀਏ ਤਾਂ ਡਾਕਟਰ ਸਾਹਿਬ, ਮੈਂ ਦੇਖ ਰਿਹਾ ਸੀ UK ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਆ G7 ਮੁਲਕਾਂ ਦੇ ਗੁੱਟ ਚੋਂ। ਅਸੀਂ ਵਿੱਚ ਵਿਚਾਲੇ ਜੇ ਖੜੇ ਹਾਂ, 3 ਸਾਡੇ ਤੋਂ ਉੱਪਰ ਨੇ, UK, US ਤੇ ਜਰਮਨੀ, ਇਟਲੀ, ਫਰਾਂਸ ਤੇ ਜਾਪਾਨ ਪਿੱਛੇ ਨੇ, ਅਸੀਂ ਵਿੱਚ ਵਿਚਾਲੇ ਹਾਂ। 3 ਉੱਪਰ ਨੇ, 3 ਹੇਠਾਂ ਨੇ।
ਜਾਪਾਨ 'ਚ ਸਿਰਫ 2% ਹੈ, ਤੁਸੀਂ 9% ਤੇ ਖੜੇ ਹੋ। 2 ਸਵਾਲਾਂ ਦੇ ਜਵਾਬ ਤੁਹਾਡੇ ਕੋਲੋਂ ਮੈਂ ਲੈਣਾ ਚਾਹਾਂਗਾ। UK 'ਚ G7 ਮੁਲਕਾਂ ਨਾਲੋਂ ਜੇ ਦੇਖੀ ਤਾਂ ਸਭ ਤੋਂ ਜ਼ਿਆਦਾ ਮਹਿੰਗਾਈ ਕਿਉਂ? ਜਾਪਾਨ ਦੀ ਜਿਹੜੀ ਦਰ 2% ਤੇ ਖੜੀ ਹੈ, ਹਾਲਾਂਕਿ ਜਾਪਾਨ 'ਚ ਵੀ ਇਹਨੂੰ ਮਹਿੰਗਾਈ ਹੈ 2% ਨੂੰ ਵੀ ਇੰਨੀ ਵੀ ਨਹੀਂ ਹੁੰਦੀ ਸੀ। ਜਾਪਾਨੀਆਂ ਕੋਲੋਂ ਜਾਦੂ ਦੀ ਛੜੀ ਲੈ ਕੇ ਨਹੀਂ ਘੁਮਾਈ ਜਾ ਸਕਦੀ? ਨਹੀਂ, ਜਿਹੜਾ ਪਹਿਲਾਂ ਤਾਂ ਮੈਂ ਤੁਹਾਨੂੰ ਇੰਗਲੈਂਡ ਦੀ ਗੱਲ ਕਰਦੇ ਹਾਂ, ਫਿਰ ਜਾਪਾਨ ਦੀ ਵੀ ਸਮਝਾਉਂਦੇ ਹਾਂ। ਪਰ ਮੈਂ ਤੁਹਾਨੂੰ ਜਿਹੜਾ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਸਵਾਲ ਕਿ ਇਨਫਲੇਸ਼ਨ ਦੇ ਅਲੱਗ-ਅਲੱਗ ਜਿਹੜੇ ਲੋਕਾਂ ਤੇ ਕਿਵੇਂ ਅਸਰ ਨੇ, ਉਹਨੂੰ ਵੀ ਥੋੜਾ ਵਿਸਤਾਰ ਸਮਝਾਉਣ ਦੀ ਲੋੜ ਹੈ। ਹਾਂ, ਇੰਗਲੈਂਡ ਦੇ ਵਿੱਚ ਜਿਹੜਾ ਇਨਫਲੇਸ਼ਨ ਵਧਿਆ ਹੈ ਉਹਦੇ ਪਿੱਛੇ ਇੱਕ ਤਾਂ ਇਹ ਹੈ ਕਿ ਜਿਹੜਾ ਜਿਹੜੀ ਇੰਪੋਰਟ ਹੁੰਦਾ ਬਾਹਰੋਂ ਗੁਡਸ, ਖਾਸ ਤੌਰ ਤੇ ਜਿਹੜਾ ਫੂਡ ਸਪਲਾਈਜ਼ ਉਹ ਇਫੈਕਟ ਹੋਈਆਂ। ਦੂਜਾ ਜਿਹੜਾ ਗੈਸ ਹੈ ਉਹ ਬਹੁਤ ਵੱਡੀ ਗਿਣਤੀ 'ਚ ਇਫੈਕਟ ਹੋਈ ਹੈ। ਤੀਜਾ ਜਿਹੜਾ ਬ੍ਰੈਕਸਿਟ ਹੋਇਆ ਉਹ ਨਵੀਂ ਡਿਵੈਲਪਮੈਂਟ ਹੈ ਇੰਗਲੈਂਡ ਦੀ ਕੰਪੇਅਰਡ ਵਿਦ ਅਦਰ ਯੂਰਪੀਅਨ ਕੰਟਰੀਜ਼। ਬ੍ਰੈਕਸਿਟ ਹੋਣ ਨਾਲ ਜਿਹੜੀਆਂ ਚੀਜ਼ਾਂ ਯੂਰਪ ਤੋਂ ਆਉਣੀਆਂ, ਉਹਨਾਂ ਕਈਆਂ ਚੀਜ਼ਾਂ ਦੇ ਵਿੱਚ ਬੜੀ ਕਿਸਮ ਦੀ ਰੁਕਾਵਟ ਹੈ। ਨਵੇਂ ਚੈਕਸ ਹੁੰਦੇ ਨੇ, ਬੈਲੈਂਸ ਹੁੰਦੇ ਨੇ, ਫ੍ਰੀ ਟ੍ਰੇਡ ਨਹੀਂ ਰਿਹਾ। ਪਹਿਲਾਂ ਬ੍ਰੈਕਸਿਟ ਇੰਗਲੈਂਡ ਹੈ ਜਿਹੜਾ ਇਹ EU ਦਾ ਹਿੱਸਾ ਸੀ, ਫ੍ਰੀ ਮਾਰਕੀਟ ਸੀ, ਉਹਦੇ 'ਚ ਕੋਈ ਚੈਕਸ ਨਹੀਂ ਸੀਗੇ, ਸਟੈਂਡਰਡ ਬਰਾਬਰ ਸੀਗੇ। ਉਹਦੇ ਨਾਲ ਜਿਹੜੇ ਬੋਟਲਨੈਕਸ ਕ੍ਰੀਏਟ ਹੋ ਗਏ, ਉਹ ਬੋਟਲਨੈਕਸ ਕ੍ਰੀਏਟ ਹੋਣ ਨਾਲ ਹੈ ਜਿਹੜਾ ਕੀਮਤਾਂ ਵਧੀਆਂ। ਇਸ ਕਰਕੇ ਜਿਹੜਾ ਇੱਥੇ ਜਿਹੜੀ ਕੀਮਤਾਂ ਦੂਜਿਆਂ ਨਾਲ ਵਧੀਆਂ, ਉਹਦਾ ਇੱਕ ਬ੍ਰੈਕਸਿਟ ਬਹੁਤ ਵੱਡਾ ਕਾਰਨ ਹੈ। ਜਿਹੜਾ ਜਾਪਾਨ ਦੀ ਗੱਲ ਹੈ, ਜਾਪਾਨ ਬੜੀ ਦੇਰ ਤੋਂ ਸਲਗਿਸ਼ ਇਕੋਨਮੀ ਹੈ ਜਾਪਾਨ ਦੀ, ਕਿ ਉੱਥੇ ਗਰੋਥ ਹੋ ਹੀ ਨਹੀਂ ਰਹੀ, ਔਰ ਉਹਦੇ ਕਈ ਹਿਸਟੋਰੀਕਲ ਕਾਰਨ ਨੇ। ਉਹਨਾਂ 'ਚ ਇੱਕ ਏਜ ਫੈਕਟਰ ਵੀ ਹੈ, ਕਿਉਂਕਿ ਉੱਥੇ ਬੜੀ ਵੱਡੀ ਪਾਪੂਲੇਸ਼ਨ ਹੈ ਜਿਹੜੀ ਵੱਡੀ ਉਮਰ ਦੀ ਹੈ। ਉਹਨਾਂ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਬਹੁਤ ਹੈ। ਮਤਲਬ ਮੈਂ ਜਾਪਾਨ 'ਤੇ ਜਾ ਕੇ ਆਇਆ ਤੇ ਉੱਥੇ ਤਾਂ 100 ਸਾਲ ਤੋਂ ਉਮਰ ਦੇ ਲੋਕੀ ਕਈ ਤੁਹਾਨੂੰ ਸੜਕਾਂ 'ਤੇ ਮਿਲ ਜਾਂਦੇ ਆ ਤੁਰੇ ਫਿਰਦੇ। ਤਾਂ ਉਹਦਾ ਵੀ ਇੱਕ ਇੰਪੈਕਟ ਹੈ, ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਮਾਰਕੀਟ ਤੇ ਰਿਲਾਇੰਸ ਹੁੰਦੀ ਹੈ ਹੋਰ ਕਿਸਮ ਦੀ ਹੁੰਦੀ ਹੈ, ਤੇ ਜਿਹੜੀ ਯੰਗ ਪਾਪੂਲੇਸ਼ਨ ਹੈ ਉਹ ਘਟ ਗਈ ਉੱਥੇ। ਤਾਂ ਜਿਹੜਾ ਜਾਪਾਨ ਵਾਲਾ ਮਾਡਲ ਨਹੀਂ ਕ੍ਰੀਏਟ ਹੋ ਸਕਦਾ। ਜਾਪਾਨ ਤਾਂ ਇਨਫੈਕਟ ਉਹ ਕ੍ਰਾਈਸਿਸ ਦੇ ਵਿੱਚ ਨੇ ਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਇਕਨੋਮੀ ਤਾਂ ਖੜੀ ਹੈ, ਵਧ ਹੀ ਨਹੀਂ ਰਹੀ, ਇਸ ਕਰਕੇ ਕੀਮਤਾਂ ਵੀ ਨਹੀਂ ਵਧ ਰਹੀਆਂ। ਸੋ ਜਾਪਾਨ ਦਾ ਮਾਡਲ ਇਜ਼ ਨਾਟ ਐਪਲੀਕੇਬਲ ਆਊਟਸਾਈਡ। ਔਰ ਜਾਪਾਨ ਦੇ ਮਾਡਲ 'ਚ ਹੋਰ ਵੀ ਕਈ ਨੁਕਸ ਨੇ, ਆਪਾਂ ਇਕੱਲਾ ਇਨਫਲੇਸ਼ਨ ਦੀ ਗੱਲ ਨਹੀਂ, ਹੋਰ ਵੀ ਬੜੇ ਨੁਕਸ ਨੇ, ਇਕੱਲੀ ਇਨਫਲੇਸ਼ਨ ਨਹੀਂ। ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਉਹ ਵੀ ਸਮਝਣ ਦੀ ਲੋੜ ਹੈ ਕਿ ਇਨਫਲੇਸ਼ਨ ਹੈ ਜਿਹੜਾ ਉਹਦਾ ਅਨਇਕੁਅਲ ਇੰਪੈਕਟ ਕਿਵੇਂ ਹੈ ਲੋਕਾਂ ਦੇ, ਕਿਉਂਕਿ ਲੋਕੀ ਇਕੱਲਾ ਇਨਫਲੇਸ਼ਨ ਦਾ ਲਫ਼ਜ਼ ਵਰਤ ਲੈਂਦੇ ਕਿ ਸਾਰੀਆਂ ਕੀਮਤਾਂ ਵਧ ਰਹੀਆਂ। ਇਨਫਲੇਸ਼ਨ ਦੇ ਵਿੱਚ ਕੁਝ ਲੋਕਾਂ ਨੂੰ ਫਾਇਦੇ ਹੁੰਦੇ ਆ, ਕੁਝ ਲੋਕਾਂ ਨੂੰ ਨੁਕਸਾਨ ਹੁੰਦੇ ਆ। ਜਿਹੜੇ ਫਾਇਦੇ ਦੀ ਗੱਲ ਹੈ ਉਹ ਮੈਂ ਤੁਹਾਨੂੰ ਆਇਲ ਕੰਪਨੀਆਂ ਬਾਰੇ ਤਾਂ ਕਰ ਹੀ ਲਈ, ਪਰ ਇਸ ਤੋਂ ਬਿਨਾਂ ਵੀ ਹੁੰਦੇ ਆ, ਕਿਉਂਕਿ ਜਦੋਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਪੈਂਦਾ ਹੈ ਤਾਂ ਆਮ ਤੌਰ ਤੇ ਸਰਕਾਰਾਂ ਇੰਟਰਸਟ ਰੇਟ ਯੂਜ਼ ਕਰਦੀਆਂ ਕਿ ਇੰਟਰਸਟ ਰੇਟ ਵਧਾ ਦਿਓ ਤੇ ਉਹਦੇ ਨਾਲ ਲੋਕਾਂ ਦੀ ਬੋਰਿੰਗ ਘਟ ਜਾਊਗੀ, ਮਨੀ ਸਪਲਾਈ ਘਟ ਜਾਊਗੀ, ਡਿਮਾਂਡ ਘਟ ਜਾਊਗੀ, ਆਪਣੇ ਆਪ ਕੀਮਤਾਂ ਥੱਲੇ ਡਿੱਗ ਪੈਣਗੀਆਂ। ਉਹਦੇ 'ਚ ਕੀ ਹੁੰਦਾ, ਜਦੋਂ ਇੰਟਰਸਟ ਰੇਟ ਵੱਧਦਾ ਤਾਂ ਜਿਹੜੇ ਸੇਵਿੰਗ ਰੇਟ ਵੀ ਵੱਧ ਜਾਂਦਾ ਬੈਂਕਾਂ ਦਾ, ਕਿਉਂਕਿ ਜਿਹੜਾ ਇੰਟਰਸਟ ਰੇਟ ਹੈ ਉਹ ਜਿਹੜੀਆਂ ਜਿਸ ਰੇਟ ਤੇ ਬੈਂਕਾਂ ਲੋਨ ਦਿੰਦੀਆਂ ਤੇ ਜਿਸ ਲੈਵਲ ਤੇ ਡਿਪੋਜ਼ਿਟਸ ਨੂੰ ਇੰਟਰਸਟ ਦਿੰਦੀਆਂ, ਦੋਨਾਂ ਨੂੰ ਇਫੈਕਟ ਕਰਦਾ ਹੈ। ਉਹਦੇ ਨਾਲ ਉਹ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਇਨਕਮ ਜ਼ਿਆਦਾ ਹੈ, ਜਿਨ੍ਹਾਂ ਦੀਆਂ ਸੇਵਿੰਗਸ ਜ਼ਿਆਦਾ ਨੇ, ਉਹਨਾਂ ਨੂੰ ਇੱਕਦਮ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਉਹਨਾਂ ਨੂੰ ਤਾਂ ਲੱਗਦਾ ਕਿ ਵਧੀਆ ਗੱਲ ਹੋ ਗਈ, ਇਨਫਲੇਸ਼ਨ ਆ ਗਿਆ, ਰੇਟ ਆਫ ਇੰਟਰਸਟ ਵਧਾਉਣਾ ਪੈ ਰਿਹਾ, ਸਾਡੀਆਂ ਸੇਵਿੰਗਸ ਤੇ ਸਾਨੂੰ ਇੰਟਰਸਟ ਜ਼ਿਆਦਾ ਮਿਲੂਗਾ। ਸੋ ਪਹਿਲਾਂ ਜਿਹੜੇ ਰਿਚ ਨੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਦੂਜੇ ਪਾਸੇ ਜਿਹੜੇ ਗਰੀਬ ਨੇ, ਜਿਨ੍ਹਾਂ ਨੇ ਬੈਂਕਾਂ ਤੋਂ ਲੋਨ ਲੈਣੇ ਹੁੰਦੇ ਆ, ਉਹਨਾਂ ਨੂੰ ਨੁਕਸਾਨ ਹੁੰਦਾ, ਕਿਉਂਕਿ ਉਹਨਾਂ ਨੇ ਸੋ ਇਸ ਕਰਕੇ ਇਨਕੁਆਲਿਟੀਜ਼ ਵੱਧਦੀਆਂ। ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਤੁਹਾਡੇ ਉਹ ਦੇ ਰਹੇ ਨੇ ਸਬਸਿਡੀ ਨਹੀਂ, ਉਹ ਇਸੇ ਡਰ 'ਚ ਪੈਦਾ ਹੋਈ ਹੈ ਕਿ ਇਨਕੁਆਲਿਟੀਜ਼ ਵਧਣਗੀਆਂ ਇਹਦੇ ਨਾਲ। ਔਰ ਇਨਕੁਆਲਿਟੀਜ਼ ਵਧਣ ਦਾ ਇਹ ਜਿਹੜਾ ਕਾਰਨ ਹੈ, ਕਈ ਮੁਲਕਾਂ 'ਚ ਅਨਰੈਸਟ ਪੈਦਾ ਹੋ ਰਹੀ ਹੈ ਕਿ ਜਿਹੜੀ ਹੁਣ ਸ਼੍ਰੀਲੰਕਾ ਦੀ ਵੀ ਗੱਲ ਕਰਦੇ ਆ, ਹਾਲਾਂਕਿ ਉੱਥੇ ਕੁਝ ਸਪੈਸ਼ਲ ਕਾਰਨ ਵੀ ਹੈਗੇ ਨੇ, ਪਰ ਇਹ ਹੈ ਕਿ ਜਦੋਂ ਲੋਕਾਂ 'ਚ ਇੰਨੀ ਇਨਕੁਆਲਿਟੀ ਵੱਧ ਜੇ ਵੀ ਇੱਕ ਪਾਸੇ ਤਾਂ ਕਰੋੜਾਂ ਅਰਬਾਂਪਤੀ, ਦੂਜੇ ਪਾਸੇ ਤੁਹਾਨੂੰ ਜ਼ਿੰਦਗੀ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ ਵੀ ਨਾ ਮਿਲਣ, ਤਾਂ ਉਦੋਂ ਲੋਕੀ ਭੜਕ ਉੱਠਦੇ ਨੇ। ਤਾਂ ਸਰਕਾਰਾਂ ਉਸ ਤੋਂ ਵੀ ਡਰਦੀਆਂ ਨੇ, ਕਈ ਵਾਰ ਉਹਨੂੰ ਰੋਕਣ ਲਈ ਇਹੋ ਜਿਹੇ ਕੰਮ ਕਰਦੀਆਂ ਕਿ ਉਹਨਾਂ ਨੂੰ ਵੰਡ ਦਿਓ। ਚੰਗੀ ਗੱਲ ਹੈ ਵੈਸੇ, ਕਿਉਂਕਿ ਜਿਹੜਾ ਬੰਦਾ ਮੁਸ਼ਕਲ 'ਚ ਹੈ ਉਹਨੂੰ ਕੁਝ ਸਬਸਿਡੀ ਮਿਲ ਜੇ, ਕੋਈ ਐਕਸਟਰਾ ਡਿਪੋਜ਼ਿਟ ਮਿਲ ਜੇ ਐਕਸਟਰਾ। ਸੋ ਇੱਕ ਤਾਂ ਇਹ ਹੁੰਦਾ। ਦੂਜਾ ਇਹ ਹੈ ਕਿ ਇਸ ਪੀਰੀਅਡ ਦੇ ਵਿੱਚ ਜਦੋਂ ਇਨਫਲੇਸ਼ਨ ਹੁੰਦਾ ਹੈ ਤਾਂ ਜਿਹੜਾ ਓਪਨ ਮਾਰਕੀਟ ਹੈ ਉਹਦੇ 'ਚ ਗਿਰਾਵਟ ਆ ਜਾਂਦੀ ਹੈ। ਇਸੇ ਕਰਕੇ ਜਿਹੜੇ ਇੰਡੈਕਸ ਹੈ ਉਹ ਘਟ ਰਹੇ ਹੈ। ਪਰ ਜਿਹੜੇ ਹੁੰਦੇ ਆ ਫਿਕਸ ਐਸੈਟਸ,
ਉਹਨਾਂ ਦੀ ਕੀਮਤ ਵੱਧ ਜਾਂਦੀ ਹੈ। ਜਿਵੇਂ ਸੋਨੇ ਦੀ ਕੀਮਤ ਵੱਧ ਰਹੀ ਹੈ, ਜ਼ਮੀਨ ਦੀ ਕੀਮਤ ਵੱਧ ਰਹੀ ਹੈ, ਘਰਾਂ ਦੀ ਕੀਮਤ ਵੱਧ ਰਹੀ ਹੈ, ਜਿਹੜੇ ਫਿਕਸਡ ਐਸੈਟਸ ਨੇ, ਕਿਉਂਕਿ ਉਹ ਦੇ ਆਰ ਨਾਟ ਡਿਪੈਂਡੈਂਟ ਔਨ ਦੀ ਕੈਸ਼ ਇਕੋਨਮੀ, ਸਿੱਧੀ ਨਹੀਂ ਫਰਕ ਪੈਂਦੀ। ਤਾਂ ਉਹਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਫਾਇਦਾ ਹੈ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੇ ਫਿਕਸਡ ਐਸੈਟਸ ਨੇ। ਤੇ ਜਿਹੜੇ ਲੋਕੀ ਰੈਂਟ ਲੈਂਦੇ ਨੇ, ਰੈਂਟ ਤੇ ਰਹਿੰਦੇ ਨੇ, ਉਹਨਾਂ ਨੂੰ ਨੁਕਸਾਨ ਹੈ ਕਿਉਂਕਿ ਰੈਂਟ ਵੱਧ ਜਾਣਗੇ, ਕੁਦਰਤੀ ਗੱਲ ਇਨਫਲੇਸ਼ਨ ਹੈ। ਤਾਂ ਜਿਹੜੇ ਹਾਊਸ ਓਨਰਸ ਨੇ ਘਰਾਂ ਦੇ, ਉਹਨਾਂ ਨੂੰ ਫਾਇਦਾ ਹੈ, ਜਿਹੜੇ ਰੈਂਟ ਲੈਂਦੇ ਨੇ ਉਹਨਾਂ ਨੂੰ ਨੁਕਸਾਨ ਹੈ। ਤਾਂ ਫਿਰ ਇਹਦੇ ਨਾਲ ਇਨਕੁਆਲਿਟੀਜ਼ ਵੱਧਦੀਆਂ। ਇਸ ਕਰਕੇ ਇਨਫਲੇਸ਼ਨ ਹੈ ਜਿਹੜਾ ਇਹ ਮਾੜਿਆਂ ਨੂੰ ਹੋਰ ਮਾਰਦਾ, ਤਕੜਿਆਂ ਨੂੰ ਹੋਰ ਤਕੜਾ ਕਰਦਾ। ਇਸ ਕਰਕੇ ਜਿਹੜੇ ਲੀਡਰ ਨੇ ਕਹਿ ਰਹੇ ਨੇ ਕਿ ਇਨਫਲੇਸ਼ਨ ਮਾੜਾ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਕੁਝ ਲੋਕੀ ਹੈਗੇ ਨੇ ਜਿਨ੍ਹਾਂ ਨੂੰ ਇਨਫਲੇਸ਼ਨ ਤੋਂ ਫਾਇਦਾ ਹੁੰਦਾ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇੱਕ ਗੱਲ ਇਹ ਹੈ ਕਿ ਜਦੋਂ ਕਿਸੇ ਕੰਟਰੀ ਨੇ ਕੋਈ ਚੀਜ਼ਾਂ ਐਕਸਪੋਰਟ ਕਰਨੀਆਂ ਤਾਂ ਉਹਨਾਂ ਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਉਹਨਾਂ ਦੇ ਕੰਟਰੀ ਦੇ ਵਿੱਚ ਇਨਫਲੇਸ਼ਨ ਜ਼ਿਆਦਾ ਨਾ ਹੋਵੇ, ਕਿਉਂਕਿ ਜਦੋਂ ਤੁਸੀਂ ਬਾਹਰ ਚੀਜ਼ਾਂ ਭੇਜਣੀਆਂ ਤਾਂ ਤੁਹਾਡੇ ਮੁਲਕ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਹੀ ਤੁਸੀਂ ਬਾਹਰ ਭੇਜ ਸਕਦੇ ਆ। ਜੇ ਤੁਹਾਡੇ ਮੁਲਕ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਤਾਂ ਦੂਜੇ ਮੁਲਕਾਂ ਨੇ ਨਹੀਂ ਖਰੀਦਣਾ, ਉਹ ਕਿਸੇ ਹੋਰ ਮੁਲਕ ਕੋਲ ਚਲੇ ਜਾਣਗੇ ਜਿੱਥੇ ਕੀਮਤਾਂ ਘੱਟ ਹੈ। ਤਾਂ ਸਰਕਾਰਾਂ ਨੂੰ ਇੱਕ ਹੀ ਡਰ ਵੀ ਹੁੰਦਾ ਹੈ, ਕਿਉਂਕਿ ਜਦੋਂ ਐਕਸਪੋਰਟ ਹੁੰਦਾ ਹੈ ਤਾਂ ਐਕਸਪੋਰਟ ਤੋਂ ਜਿਹੜਾ ਰੈਵਨਿਊ ਮਿਲਦਾ ਉਹ ਸਰਕਾਰੀ ਖਜ਼ਾਨੇ ਜਾਂਦਾ ਹੈ। ਸਰਕਾਰੀ ਖਜ਼ਾਨੇ ਆਉਣ ਨਾਲ ਸਰਕਾਰ ਮਜ਼ਬੂਤ ਹੁੰਦੀ ਹੈ। ਤਾਂ ਉਹ ਵੀ ਇੱਕ ਡਰ ਹੁੰਦਾ ਹੈ ਕਿ ਇਨਫਲੇਸ਼ਨ ਹੋਣ ਨਾਲ ਸਾਡੀ ਵੱਧ ਜੂਗੀ। ਇਸ ਕਰਕੇ ਜਿਹੜਾ ਕੋਈ ਪ੍ਰਾਈਮ ਮਿਨਿਸਟਰ ਹੋਵੇ, ਪ੍ਰੈਜ਼ੀਡੈਂਟ ਹੋਵੇ, ਉਹਨੂੰ ਇੱਕ ਇਹ ਫਿਕਰ ਵੀ ਹੁੰਦਾ ਹੈ ਕਿ ਜੇ ਇਨਫਲੇਸ਼ਨ ਵੱਧ ਗਿਆ ਤਾਂ ਸਾਡਾ ਐਕਸਪੋਰਟਸ ਨਹੀਂ ਵਧੂਗਾ, ਤਾਂ ਸਾਨੂੰ ਰੈਵਨਿਊ ਨਹੀਂ ਮਿਲੂਗਾ, ਸਟੇਟ ਕੋਲੇ ਪੈਸੇ ਘੱਟ ਹੋਣਗੇ, ਅਸੀਂ ਖਰਚ ਨਹੀਂ ਕਰ ਸਕਾਂਗੇ ਐਕਸਪੈਂਡੀਚਰ ਵਗੈਰਾ। ਸੋ ਉਹ ਇੱਕ ਬੜਾ ਇੰਪੋਰਟੈਂਟ ਆਸਪੈਕਟ ਹੈ ਜਿਹੜਾ ਕਿ ਸਮਝਣ ਦੀ ਲੋੜ ਹੈ, ਕਿਉਂਕਿ ਲੀਡਰ ਆਮ ਤੌਰ ਤੇ ਕਹਿੰਦੇ ਇਹ ਕਿ ਸਾਰਿਆਂ ਨੂੰ ਇਫੈਕਟ ਕਰ ਰਿਹਾ, ਪਰ ਉਹ ਸਾਰਿਆਂ ਨੂੰ ਇਫੈਕਟ ਨਹੀਂ ਕਰਦਾ। ਇਹਦੇ ਵਿੱਚ ਜਿਹੜੀਆਂ ਅਲੱਗ-ਅਲੱਗ ਗਰੁੱਪਸ ਹੈ ਉਹਨਾਂ ਨੂੰ ਅਲੱਗ-ਅਲੱਗ ਢੰਗ ਨਾਲ ਇੰਪੈਕਟ ਕਰਦਾ ਹੈ। ਮੋਟੀ ਗੱਲ ਇਹ ਹੈ ਕਿ ਜਿਨ੍ਹਾਂ ਕੋਲੇ ਫਿਕਸਡ ਐਸੈਟਸ ਨੇ, ਜਿਨ੍ਹਾਂ ਕੋਲੇ ਸੇਵਿੰਗਸ ਨੇ, ਜਿਨ੍ਹਾਂ ਕੋਲੇ ਉਸ ਕੀਮਤ ਨੂੰ ਵਧਾਉਣ ਦੇ ਆਪਰਚੁਨਿਟੀਜ਼ ਨੇ, ਟ੍ਰੇਡਰਸ ਨੇ, ਸਪੈਕੂਲੇਟਰਸ ਨੇ, ਉਹਨਾਂ ਨੂੰ ਫਾਇਦਾ ਹੁੰਦਾ ਹੈ। ਔਰ ਇਹਦੇ ਹੁੰਦੀ ਇੱਕ ਹੋਰ ਇਹਦੇ 'ਚ ਇੱਕ ਇਨਫਲੇਸ਼ਨ ਦੀ ਗੱਲ ਇਹ ਹੈ ਕਿ ਜਿਹੜੀਆਂ ਰਿਟੇਲਰ ਨੇ ਚੀਜ਼ਾਂ ਖਰੀਦੀਆਂ ਹੋਈਆਂ ਘੱਟ ਭਾਅ 'ਚ, ਤਾਂ ਉਸ ਤੋਂ ਬਾਅਦ ਜਦੋਂ ਕੀਮਤਾਂ ਵੱਧ ਜਾਂਦੀਆਂ ਉਹ ਘੱਟ ਭਾਅ ਚੀਜ਼ਾਂ ਤੇ ਵੀ ਕੀਮਤਾਂ ਵਧਾ ਦਿੰਦੇ ਆ। ਹਾਲਾਂਕਿ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਉਹ ਕਿ ਮਹਿੰਗੀਆਂ ਨਹੀਂ ਖਰੀਦੀਆਂ, ਉਹ ਖਰੀਦੀਆਂ ਉਸ ਵਕਤ ਨੇ, ਅੱਜ ਤੋਂ 6 ਮਹੀਨੇ ਪਹਿਲਾਂ ਖਰੀਦੀਆਂ ਸੀ ਜਦੋਂ ਕੀਮਤਾਂ ਘੱਟ ਸੀਗੀਆਂ, ਉਹ ਤੁਹਾਡੇ ਕੋਲ ਸਟੋਰ 'ਚ ਪਈਆਂ ਹੋਈਆਂ ਨੇ। ਪਰ ਜਦੋਂ ਅਸੀਂ ਉਹਨਾਂ ਨੂੰ ਵੇਚਣ ਲੱਗਣਾ ਹੈ ਤਾਂ ਤੁਸੀਂ ਹੁਣ ਦੀ ਕੀਮਤ ਨਾਲ ਲਾ ਕੇ ਉਹਦੇ ਨਾਲ ਹੋਰ ਵੀ ਉਹਦਾ ਫਾਇਦਾ ਉਠਾਉਣਾ ਹੀ ਹੈ। So that's how inflation has this damaging impact on people in terms of ਅਮਰੀਕੀ redistribution of ਜੋ ਬਾਈਡਨ ਨੇ ਇੱਕ ਨਵੀਂ ਟ੍ਰੇਡ ਡੀਲ ਕੀਤੀ ਸੀ 12 ਇੰਡੋ ਪੈਸੀਫਿਕ ਰਾਸ਼ਟਰਾਂ ਦੇ ਨਾਲ, ਜਿਹਦੇ ਚ ਜਾਪਾਨ, ਇੰਡੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨ, ਸਿੰਗਾਪੁਰ ਵਰਗੇ ਮੁਲਕ ਸ਼ਾਮਲ ਨੇ, ਜਿਹੜੇ ਮੁਲਕ ਦੀ ਜਿਹੜੇ ਦੁਨੀਆ ਦੀ GDP ਦਾ 40% ਹਿੱਸਾ ਬਣਦੇ ਨੇ ਸਾਰੇ ਮੁਲਕ। ਸਰਕਾਰਾਂ ਨੂੰ, ਵੱਡੇ ਮੁਲਕਾਂ ਦੇ ਆਗੂਆਂ ਨੂੰ ਕਿਹੜੇ ਅਜਿਹੇ ਕਦਮ ਉਠਾਉਣੇ ਚਾਹੀਦੇ ਨੇ ਕਿ ਮਹਿੰਗਾਈ ਤੋਂ ਆਮ ਲੋਕਾਂ ਨੂੰ ਰਾਹਤ ਮਿਲ ਸਕੇ? ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਇੰਡੋ ਪੈਸੀਫਿਕ ਟ੍ਰੇਡ ਦੀ, ਉਹਦੇ ਪਿੱਛੇ ਬੜੇ ਜੀਓਪੋਲਿਟੀਕਲ ਕਾਰਨ ਨੇ, ਕਿਉਂਕਿ ਉਹ ਚੀਨ ਨਾਲ ਮੁਕਾਬਲਾ ਹੈ ਅਮਰੀਕਾ ਦਾ। ਜਿਹੜਾ ਇਸ ਵਕਤ ਲੱਗਦਾ ਹੈ ਕਿ ਉਹ ਰੂਸ ਨਾਲ ਝਗੜਾ ਹੈ, ਉਹ ਤਾਂ ਬੜੀ ਛੋਟੀ ਗੱਲ ਹੈ। ਅਸਲ ਦੇ ਵਿੱਚ ਜਿਹੜਾ ਦੁਨੀਆ ਲੈਵਲ ਤੇ ਮੁਕਾਬਲਾ ਉਹ ਚੀਨ ਦਾ ਤੇ ਅਮਰੀਕਾ ਦਾ ਹੈ, ਕਿਉਂਕਿ ਚੀਨ ਨੇ ਇਕਨੋਮਿਕ ਲੈਵਲ ਤੇ ਅਮਰੀਕਾ ਨੂੰ ਪਿੱਛੇ ਛੱਡਤਾ ਹੈ। ਚੀਨ ਦੀ ਜਿਹੜੀ GDP ਹੈ ਉਹ ਅੱਜ ਤੋਂ 7-8 ਸਾਲ ਪਹਿਲਾਂ ਹੀ ਅਮਰੀਕਾ ਨਾਲੋਂ ਜ਼ਿਆਦਾ ਸੀ। ਐਂਡ ਠੀਕ ਹੈ, ਉੱਥੇ ਪਾਪੂਲੇਸ਼ਨ ਵੀ ਜ਼ਿਆਦਾ, ਪਰ ਕੈਪੀਟਾ ਇਨਕਮ ਹਾਲੇ ਨਹੀਂ ਜ਼ਿਆਦਾ, ਪਰ ਪਰ ਕੈਪੀਟਾ ਇਨਕਮ ਦੇ ਵਿੱਚ ਫਰਕ ਬਹੁਤ ਘੱਟ ਰਹਿ ਗਿਆ ਜਿਹੜਾ ਚੀਨ ਦਾ। ਤੇ ਦੂਜਾ ਹੈ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਚੀਨ ਹੈ ਜਿਹੜਾ ਉਹ ਉੱਥੇ ਲੇਬਰ ਕਾਸਟ ਘੱਟ ਹੈ, ਇਸ ਕਰਕੇ ਉੱਥੇ ਉਹ ਜਿਹੀਆਂ ਚੀਜ਼ਾਂ ਪੈਦਾ ਕਰਦੇ ਆ। ਪਰ ਚੀਨ ਨੇ ਹੁਣ ਟੈਕਨੋਲੋਜੀਕਲੀ ਬਹੁਤ ਡਿਵੈਲਪ ਕੀਤਾ ਹੈ। ਚੀਨ ਨੇ ਇੰਨਾ ਡਿਵੈਲਪ ਕੀਤਾ ਹੈ ਕਿ ਕਈ ਖੇਤਰ ਦੇ ਵਿੱਚ ਅਮਰੀਕਾ ਨੂੰ ਵੀ ਅੱਗੇ ਚਲਾ ਗਿਆ। ਉੱਥੇ ਉਹ ਐਜੂਕੇਸ਼ਨ 'ਚ ਇੰਨੀ ਇਨਵੈਸਟਮੈਂਟ ਕਰ ਰਹੇ ਹੈ, ਇੰਨੀਆਂ PhD ਪੈਦਾ ਕਰ ਰਹੇ ਨੇ, ਉਹ ਆਪਣੇ ਸਟੂਡੈਂਟਸ ਨੂੰ ਬਾਹਰ ਜਾਣ ਵਾਸਤੇ ਵੀ ਭੇਜ ਰਹੇ ਨੇ, ਸਕਾਲਰਸ਼ਿਪ ਦੇ ਰਹੇ ਨੇ, ਤਾਂ ਕਿ ਉਸ ਲੈਵਲ ਤੇ, ਟੈਕਨੋਲੋਜੀਕਲ ਲੈਵਲ ਤੇ, ਐਜੂਕੇਸ਼ਨ ਲੈਵਲ ਤੇ ਵੀ ਉਹ ਅਮਰੀਕਾ ਨੂੰ ਪਿੱਛੇ ਛੱਡਣਾ ਰਹਿੰਦੇ ਨੇ। ਤੀਜੀ ਗੱਲ ਸੀ ਕਿ ਅਮਰੀਕਾ ਹਲੇ ਵੀ ਮਿਲਟਰੀ ਬਹੁਤ ਪਾਵਰਫੁਲ ਕੰਟਰੀ ਹੈ, ਤਾਂ ਚੀਨ ਉਸ ਮਾਮਲੇ ਦੇ ਵਿੱਚ ਵੀ ਪੂਰੀ ਕੰਪੀਟੀਸ਼ਨ ਕਰ ਰਿਹਾ। ਚੀਨ ਦੀ ਜਿਹੜੀ ਲੌਂਗ ਟਰਮ ਸਟ੍ਰੈਟਜੀ ਹੈ ਕਿ ਉਹਨੇ ਨਵੀਂ ਵਰਲਡ ਪਾਵਰ ਬਣਨਾ ਹੈ, ਔਰ ਉਹ ਜਿਹੜੀ ਨਵੀਂ ਵਰਲਡ ਪਾਵਰ ਹੈ ਉਹਨੂੰ ਉਹ ਜਿਹੜੀ ਪੁਰਾਣੀ ਵਰਲਡ ਪਾਵਰ ਹੁੰਦੀ ਹੈ ਉਹਨੂੰ ਬਹੁਤ ਖਿੱਚ ਹੁੰਦੀ ਹੈ। ਤੇ ਇਸ ਕਰਕੇ ਜਿਹੜਾ ਇਹ ਇੰਡੋ ਪੈਸੀਫਿਕ ਟ੍ਰੇਡ ਇਕੱਠਾ ਕੀਤਾ ਜਾਪਾਨ ਦਾ, ਆਸਟ੍ਰੇਲੀਆ ਦਾ,
ਘੱਟ ਕੀਤਾ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਬੁਲਾਇਆ, ਉਹ ਚੀਨ ਦੇ ਖਿਲਾਫ ਲਾਮਬੰਦ ਕਰਨ ਲਈ ਬਣਾਇਆ, ਪਰ ਉਹ ਕੋਈ ਬਹੁਤਾ ਕਾਮਯਾਬ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਆਪਸ ਵਿੱਚ ਬਹੁਤ ਕੰਟਰਾਡਿਕਸ਼ਨਸ ਨੇ। ਆਸਟ੍ਰੇਲੀਆ ਚੀਨ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੈ, ਉਹ ਚੀਨ ਨਾਲ ਝਗੜਾ ਨਹੀਂ ਕਰ ਸਕਦਾ। ਮੈਂ ਤਾਂ ਇਹ ਵੀ ਕਹਾਂਗਾ ਕਿ ਇੰਡੀਆ ਵਾਲੀ ਪਾਲਿਸੀ ਵੀ ਗਲਤ ਹੈ। ਇੰਡੀਆ ਤੇ ਚੀਨ ਨੂੰ ਨੇੜੇ ਆਉਣ ਦੀ ਲੋੜ ਹੈ। ਚੀਨ ਕੋਈ ਝਗੜਾ ਨਹੀਂ ਕਰਨਾ ਚਾਹੁੰਦਾ ਇੰਡੀਆ ਨਾਲ, ਤਾਂ ਇਹ ਮਤਲਬ ਗਲਤ ਕਿਸਮ ਦਾ ਨੈਸ਼ਨਲ ਸੈਂਟੀਮੈਂਟ ਹੈ ਜਿਹੜਾ ਕਿ ਚੀਨ ਤੋਂ ਖਤਰਾ, ਚੀਨ ਤੋਂ ਖਤਰਾ ਹੈ। ਹਾਲਾਂਕਿ ਜਿਹੜੇ ਪਾਲਿਸੀ ਮੇਕਰਸ ਨੇ ਇੰਡੀਆ 'ਚ ਉਹਨਾਂ ਨੂੰ ਵੀ ਪਤਾ ਹੈ ਕਿ ਚੀਨ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ, ਇਸ ਕਰਕੇ ਜਿਹੜਾ ਵਪਾਰ ਚੱਲਦਾ ਰਹਿੰਦਾ ਚੀਨ ਨਾਲ ਹੁਣ ਵੀ। ਐਨੀਵੇ, ਸੋ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਪਾਲਿਸੀ ਅਡਾਪਟ ਕਰਨੀ ਚਾਹੀਦੀ ਹੈ। ਪਾਲਿਸੀ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਲੋੜਾਂ, ਐਸੈਂਸ਼ੀਅਲ ਲੋੜਾਂ ਨੇ, ਉਹਨਾਂ ਤੇ ਫੋਕਸ ਕੀਤਾ ਜਾਵੇ ਕਿ ਲੋਕਾਂ ਦੀ ਜ਼ਿੰਦਗੀ, ਲੋਕਾਂ ਨੂੰ ਕੀ ਚਾਹੀਦਾ ਹੈ? ਲੋਕਾਂ ਨੂੰ ਖਾਣ ਪੀਣ ਦਾ ਸਮਾਨ ਚਾਹੀਦਾ, ਫੂਡ ਹੈ, ਬਹੁਤ ਜ਼ਰੂਰੀ ਆਈਟਮ ਹੈ। ਲੋਕਾਂ ਨੂੰ ਘਰ ਚਾਹੀਦੇ ਹੈ, ਲੋਕਾਂ ਨੂੰ ਕੱਪੜੇ ਚਾਹੀਦੇ ਹੈ, ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਹੈ, ਲੋਕਾਂ ਨੂੰ ਹੈਲਥ ਚਾਹੀਦੀ ਹੈ। ਇਹ 5 ਚੀਜ਼ਾਂ ਪ੍ਰਮੁੱਖ ਨੇ। ਉਦੋਂ ਬਾਅਦ ਲੈਜਰ, ਐਂਟਰਟੇਨਮੈਂਟ, ਹੌਲੀਡੇ ਉਦੋਂ ਬਾਅਦ ਹੁੰਦੀਆਂ ਨੇ। ਤਾਂ ਜਿਹੜਾ ਇਹ ਪਬਲਿਕ ਸੈਕਟਰ ਦੇ ਵਿੱਚ ਇਹਨੂੰ ਪ੍ਰੋਵਾਈਡ ਕਰਨ ਦੀ ਲੋੜ ਹੈ ਕਿ ਇਹਦੇ 'ਚ ਰਾਸ਼ਨ ਸ਼ਾਪਸ ਖੋਲੀਆਂ ਜਾਣ, ਸਪੈਸ਼ਲ ਪ੍ਰੋਵੀਜ਼ਨ ਟ੍ਰੇਡ ਕੀਤਾ ਜਾਵੇ ਫੂਡ ਆਈਟਮਸ ਦਾ। ਇਸੇ ਤਰ੍ਹਾਂ ਜਿਹੜੀਆਂ ਬਿਗ ਆਇਲ ਕੰਪਨੀਜ਼ ਹੈ ਉਹਨਾਂ ਦੇ ਪ੍ਰੋਫਿਟ ਤੇ ਬੰਦਸ਼ ਲਾਈ ਜਾਵੇ, ਉਹਨਾਂ ਤੇ ਸਪੈਸ਼ਲ ਟੈਕਸ ਲਾਇਆ ਜਾਵੇ, ਵਿੰਡਫਾਲ ਟੈਕਸ ਲਾਇਆ ਜਾਵੇ। ਤੇ ਜਿਹੜੀ ਹੈਲਥ ਤੇ ਐਜੂਕੇਸ਼ਨ ਹੈ ਉਹ ਜਿੰਨੀ ਵੀ ਹੋ ਸਕੇ ਪਬਲਿਕ ਸੈਕਟਰ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹ ਫਿਲਫਿਲ ਹੋਣ। ਤਾਂ ਬਾਕੀ ਚੀਜ਼ਾਂ ਦੇ ਵਿੱਚ ਘੱਟ ਵੀ ਜਾਊਗਾ ਤਾਂ ਕੋਈ ਫਰਕ ਨਹੀਂ ਪੈਂਦਾ। ਜੀ ਬਿਲਕੁਲ। ਅੱਛਾ, ਇੱਕ ਬ੍ਰੇਕ ਹੋਰ ਲਈਏ। ਬ੍ਰੇਕ ਤੋਂ ਬਾਅਦ ਮੈਂ ਸਿੰਪਲ ਨੁਕਤੇ ਤੁਹਾਡੇ ਕੋਲੋਂ ਸਾਡੇ ਸੁਣਨ ਵਾਲਿਆਂ ਲਈ ਪੁੱਛਾਂਗਾ। ਸਰਕਾਰਾਂ ਨੇ ਤੁਸੀਂ ਦੱਸਤਾ ਕੀ ਕਰਨਾ ਚਾਹੀਦਾ ਹੈ, ਆਮ ਲੋਕ ਮਹਿੰਗਾਈ ਤੋਂ ਬਚਣ ਲਈ ਕੀ ਕਰ ਸਕਦੇ ਨੇ, ਕਿਵੇਂ ਆਪਣੇ ਘਰ ਦਾ ਬਜਟ ਬਣਾ ਸਕਦੇ ਨੇ, ਸੁਧਾਰਨ ਦੇ ਨੁਕਤੇ ਤੁਸੀਂ ਉਹ ਵੀ ਦੱਸ ਕੇ ਜਾਣਾ ਚਾਹੁੰਦੇ ਹੋ। ਪਿਛਲੇ ਕੁਝ ਮਹੀਨਿਆਂ ਤੋਂ ਖਾਣ ਪੀਣ ਦੀਆਂ ਵਸਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਭਾਅ ਵਧੇ ਨੇ ਗੈਸ ਤੇ। ਕੈਨੇਡਾ ਦੇ ਵਿੱਚ ਗੈਸ ਦੇ ਭਾਅ ਪਿਛਲੇ ਰਿਕਾਰਡ ਤੋੜ ਚੁੱਕੇ ਨੇ। ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਤੇ ਬਹੁਤ ਸਾਰੇ ਲੋਕਾਂ ਨੇ ਗਰਮੀ ਦੀਆਂ ਛੁੱਟੀਆਂ 'ਚ ਆਪਣੀਆਂ ਵਿਉਂਤਬੰਦੀਆਂ ਰੱਦ ਕੀਤੀਆਂ ਨੇ। ਘੁੰਮਣ ਫਿਰਨ ਦੇ ਉੱਪਰ ਉਹਨਾਂ ਨੂੰ ਲਗਾਮ ਲਾਉਣੀ ਪਈ ਹੈ। ਚੀਜ਼ਾਂ ਵਸਤਾਂ ਦੇ ਭਾਅ ਵੱਧ ਰਹੇ ਨੇ, ਤਨਖਾਹਾਂ ਵੱਧ ਨਹੀਂ ਰਹੀਆਂ, ਇਨਕਮ ਓਨੀ ਆ, ਖਰਚੇ ਵੱਧ ਗਏ ਨੇ। ਡਾਕਟਰ ਸਾਹਿਬ, ਮੈਂ ਸਿੰਪਲ ਦੇ ਨੁਕਤੇ ਤੁਹਾਡੇ ਤੋਂ ਜਾਣਨਾ ਚਾਹਾਂਗਾ। ਆਮ ਵਿਅਕਤੀ ਇਸ ਮਹਿੰਗਾਈ ਦੇ ਦੌਰ 'ਚ ਕਿਵੇਂ ਜੇਬ ਦੇ ਉੱਪਰ ਜਿੰਦਗੀ ਰੱਖੇ, ਕਿਵੇਂ ਬਚਾਅ ਕਰੇ ਆਪਣਾ? ਹਾਂਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ, ਕਿਉਂਕਿ ਜਦੋਂ ਕ੍ਰਾਈਸਿਸ ਹੁੰਦਾ ਹੈ ਸੋਸਾਇਟੀ ਦੇ ਵਿੱਚ ਤਾਂ ਨਵੇਂ ਢੰਗ ਨਾਲ ਸੋਚਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਉਹ ਕ੍ਰਾਈਸਿਸ ਨਵੀਆਂ ਆਪਰਚੁਨਿਟੀਜ਼ ਕ੍ਰੀਏਟ ਕਰ ਜਾਂਦਾ ਹੈ, ਨਵੀਂ ਜੀਵਨ ਜਾਂਚ ਅਡਾਪਟ ਕਰਨ ਦੀ ਪੋਸੀਬਿਲਿਟੀ ਓਪਨ ਕਰ ਦਿੰਦਾ ਹੈ। ਕੁਝ ਗੱਲਾਂ ਮੈਂ ਸਿੰਪਲ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ। ਇੱਕ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਕੋਲੇ ਘਰ ਨੇ, ਉਹਨਾਂ ਕੋਲੇ ਜੇ ਕੋਈ ਛੋਟਾ ਮੋਟਾ ਬਾਹਰ ਗਾਰਡਨ ਹੈਗਾ, ਤਾਂ ਜਿੰਨੀਆਂ ਘਰ ਦੇ ਵਿੱਚ ਸਬਜ਼ੀਆਂ ਉਗਾ ਸਕਦੇ ਹੋ, ਜੇ ਕੋਈ ਫਲ ਦਾ ਬੂਟਾ ਵੀ ਉਗਾ ਸਕਦੇ ਹੋ, ਕਿਉਂਕਿ ਸਬਜ਼ੀਆਂ ਤਾਂ ਬੜੀ ਜਲਦੀ ਉਗ ਜਾਂਦੀਆਂ, ਫਲ ਕਈ ਵਾਰ ਟਾਈਮ ਲੱਗਦਾ ਹੈ, ਪਰ ਫਲ ਦਾ ਬੂਟਾ ਵੀ ਲਾਉਣਾ ਸ਼ੁਰੂ ਕਰੋ। ਉਸ ਗਾਰਡਨ ਨੂੰ ਇੱਕ ਆਪਣਾ ਹੋਮਮੇਡ ਵੈਜੀਟੇਬਲ ਬਣਾਉਣੀ ਸ਼ੁਰੂ ਕਰੋ। ਉਹਦੇ 2 ਫਾਇਦੇ ਹੈ। ਇੱਕ ਤਾਂ ਬਾਜ਼ਾਰ ਦੀਆਂ ਕੀਮਤਾਂ ਤੇ ਤੁਹਾਨੂੰ ਡਿਪੈਂਡੈਂਟ ਨਹੀਂ ਕਰਨਾ ਪਊਗਾ, ਦੂਜਾ ਉਹ ਆਰਗੈਨਿਕ ਹੋਏਗੀ, ਕਿਉਂਕਿ ਅਸੀਂ ਬੜਾ ਜਿਹੜਾ ਖਾਣਾ ਜਿਹੜਾ ਉਹ ਇਨਆਰਗੈਨਿਕ ਤੇ ਉਹ ਪੈਸਟੀਸਾਈਡ ਖਿਲੀਆਂ ਹੋਈਆਂ ਨੇ ਤੇ ਉਹ ਸਿਹਤ ਵਾਸਤੇ ਚੰਗੀਆਂ ਨਹੀਂ ਹੁੰਦੀਆਂ, ਔਰ ਬਹੁਤ ਲੋਕੀ ਅਫੋਰਡ ਵੀ ਨਹੀਂ ਕਰ ਸਕਦੇ ਆਰਗੈਨਿਕ ਫੂਡ ਹੈ ਜਿਹੜਾ। ਪਰ ਘਰ ਦੇ ਵਿੱਚ ਤੁਸੀਂ ਉਗਾਓ, ਬਹੁਤ ਚੰਗੀ ਗੱਲ ਹੈ। ਘਰ ਦੇ ਵਿੱਚ ਇਸੇ ਤਰ੍ਹਾਂ ਹੀ ਹੋਰ ਚੀਜ਼ਾਂ ਪੈਦਾ ਹੋ ਸਕਦੀਆਂ, ਜਿਵੇਂ ਯੋਗਰਟ ਹੈ ਘਰ ਦੇ ਵਿੱਚ ਪੈਦਾ ਹੋ ਸਕਦੀ ਹੈ, ਲੋਕੀ ਬਾਹਰੋਂ ਖਰੀਦਣ ਨਾਲੋਂ ਤੁਸੀਂ ਘਰੇ ਖਰੀਦ। ਇਸੇ ਤਰ੍ਹਾਂ ਜਿੰਨੀ ਹੋ ਸਕੇ ਕੋਸ਼ਿਸ਼ ਘਰੇ ਖਾਣਾ ਬਣਾਓ, ਬਾਹਰੋਂ ਮੰਗਾਉਣ ਨਾਲੋਂ ਜਾਂ ਬਾਹਰ ਖਾਣ ਨਾਲ। ਇਹ ਨਹੀਂ ਮੈਂ ਕਹਿੰਦਾ ਕਿ ਬਾਹਰ ਜਾਓ ਹੀ ਨਾ ਕਦੇ, ਉਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ, ਪਰ ਜਿੰਨਾ ਹੋ ਸਕੇ ਆਪਣਾ ਟਾਈਮ ਹੈ ਉਹਦੇ ਤੇ ਲਾਓ। ਤੀਜਾ ਇਹ ਹੈ ਕਿ ਜਿਹੜਾ ਫਿਊਲ ਕੰਜ਼ੰਪਸ਼ਨ ਹੈ, ਜਿਹੜਾ ਕਿ ਗੈਸਿਸ ਤੇ ਪੈਟਰੋਲ ਤੇ ਖਰਚ ਹੁੰਦਾ ਹੈ, ਉਹਨੂੰ ਵੀ ਘੱਟ ਕਰਨ ਦੇ ਤਰੀਕੇ ਨੇ। ਬਹੁਤ ਲੋਕੀ ਬਿਨਾਂ ਲੋੜ ਤੋਂ ਕਾਰ ਦੀ ਯੂਜ਼ ਕਰਦੇ ਨੇ। ਜੇ ਤੁਸੀਂ ਸਾਈਕਲਿੰਗ ਯੂਜ਼ ਕਰੋ ਕਿ ਤੁਸੀਂ 5-10 ਮੀਲ ਦਾ ਵੀ ਰਸਤਾ ਹੈਗਾ, ਉਹ ਆਰਾਮ ਨਾਲ ਸਾਈਕਲ ਤੇ ਯੂਜ਼ ਹੋ ਸਕਦਾ ਹੈ। ਉਹਦੇ 2 ਫਾਇਦੇ ਨੇ। ਇੱਕ ਤਾਂ ਇਹ ਫਾਇਦਾ ਹੈ ਕਿ ਤੁਹਾਡੀ ਜਿਹੜੀ ਫਿਊਲ ਕੰਜ਼ੰਪਸ਼ਨ ਹੈ ਘਟ ਜਾਏਗੀ, ਤੁਹਾਡੇ ਤੇ ਖਰਚੇ ਦਾ ਘੱਟ ਜਾਏਗਾ। ਦੂਜਾ ਇਹ ਹੈ ਕਿ ਤੁਹਾਨੂੰ ਇਹਦੇ ਨਾਲ ਵੀ ਜ਼ਿਆਦਾ ਅੱਗੇ ਸੋਚਣ ਦੀ ਲੋੜ ਹੈ ਕਿ ਜਿਹੜਾ ਤੁਸੀਂ ਫਿਊਲ ਯੂਜ਼ ਕਰਦੇ ਆ, ਇਕੱਲਾ ਇਹ ਨਹੀਂ ਤੁਹਾਡੇ ਤੇ ਖਰਚਾ ਆਉਂਦਾ,
ਉਹ ਕਾਰਬਨ ਐਮਿਸ਼ਨ ਕ੍ਰੀਏਟ ਕਰਦਾ, ਉਹ ਗਲੋਬਲ ਵਾਰਮਿੰਗ ਨੂੰ ਹੀਟ ਕਰਦਾ ਹੈ, ਕੰਟਰੀਬਿਊਟ ਕਰਦਾ ਹੈ। ਜੇ ਤੁਸੀਂ ਫਿਊਲ ਘੱਟ ਕਰੋਗੇ ਤਾਂ ਕੱਲਾ ਤੁਹਾਨੂੰ ਇਕਨੋਮਿਕ ਫਾਇਦਾ ਨਹੀਂ ਹੈ, ਤੁਸੀਂ এনवायरमेंट ਵਾਸਤੇ ਵੀ ਕੰਮ ਕਰ ਰਹੇ ਹੋ। ਤੀਜਾ, ਜੇ ਤੁਸੀਂ ਪੈਦਲ ਜਾਓਗੇ ਜਾਂ ਸਾਈਕਲ ਤੇ ਜਾਓਗੇ ਤਾਂ ਉਹਦੇ ਨਾਲ ਸਿਹਤ ਵਾਸਤੇ ਵੀ ਚੰਗਾ ਹੈ। ਜਿਹੜਾ ਐਕਸੈਸਿਵ ਯੂਜ਼ ਕਾਰ ਤੇ ਹੈ ਨਾ, ਜਿਹੜਾ ਉਹ ਬਹੁਤ ਮਾੜੀ ਗੱਲ ਹੈ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ ਕਿ ਮੈਨੂੰ 11 ਸਾਲ ਹੋ ਗਏ, ਮੈਂ ਕਾਰ ਨਹੀਂ ਰੱਖੀ। ਇੱਕ ਵਾਰ ਸਾਡੇ ਘਰ 'ਚ 3 ਕਾਰਾਂ ਸੀ, ਪਰ ਹੌਲੀ ਹੌਲੀ ਅਸੀਂ ਘਟਾਉਂਦੇ ਗਏ। ਅਖੀਰ ਤੇ ਅਲਟੀਮੇਟਲੀ ਸੋਚਿਆ ਕਿ ਅਸੀਂ ਕੋਈ ਕਾਰ ਨਹੀਂ ਰੱਖਣੀ। ਮੈਂ ਜਿਹੜਾ ਸ਼ਹਿਰ ਦੇ ਵਿੱਚ ਹੈ, ਕਿਉਂਕਿ ਇਹ ਸ਼ਹਿਰ ਬੜਾ ਫਰੈਂਡਲੀ ਹੈ, ਸਾਈਕਲ ਫਰੈਂਡਲੀ ਹੈ, ਸਾਈਕਲ ਤੇ ਜਾਣਾ। ਕਿਤੇ ਬਹੁਤੀ ਲੋੜ ਹੁੰਦੀ ਹੈ ਤਾਂ ਮੈਂ ਲੋਕਲ ਬੱਸ ਲੈ ਲੈਣਾ, ਔਰ ਬਹੁਤੀ ਅਰਜੈਂਸ ਹੋਵੇ ਤਾਂ ਮੈਂ ਟੈਕਸੀ ਲੈ ਲੈਣਾ, ਪਰ ਮੈਨੂੰ ਕਾਰ ਰੱਖਣ ਦੀ ਲੋੜ ਨਹੀਂ ਹੈ। ਇਹ ਨਹੀਂ ਮੈਂ ਕਹਿੰਦਾ ਕਿ ਹਰ ਇੱਕ ਦੀ ਸਿਚੁਏਸ਼ਨ ਹੈ, ਜਿਨ੍ਹਾਂ ਦੇ ਬੱਚੇ ਛੋਟੇ ਨੇ, ਜੇ ਸਕੂਲ ਲੈ ਕੇ ਜਾਣਾ, ਸਕੂਲ ਦੂਰ ਹੈ, ਹੋ ਸਕਦਾ ਉਹਨਾਂ ਨੂੰ ਕਾਰ, ਪਰ ਸੋਚਣ ਦੀ ਲੋੜ ਹੈ। ਆਪਣੇ ਤੇ ਸੋਚੋ ਕਿ ਜ਼ਰੂਰੀ ਹੈ ਮੈਂ ਇੱਥੇ ਕਾਰ ਤੇ ਜਾਣਾ, ਜ਼ਰੂਰੀ ਹੈ ਮੈਂ ਮਤਲਬ ਇੱਥੇ ਮੈਂ ਪੈਦਲ ਨਹੀਂ ਜਾ ਸਕਦਾ। ਜੇ 2 ਮੀਲ ਦਾ ਰਸਤਾ ਪੈਦਲ ਜਾਓ, ਜਾਂ ਸਾਈਕਲ ਤੇ ਨਹੀਂ ਜਾ ਸਕਦਾ ਜੇ 5 ਮੀਲ ਦਾ ਰਸਤਾ ਹੈ। ਤੁਹਾਡੀ ਸਿਹਤ ਵਾਸਤੇ ਵੀ ਚੰਗਾ ਹੈ, ਤੁਹਾਡੇ ਖਰਚੇ ਵਾਸਤੇ ਵੀ ਚੰਗਾ ਹੈ, এনवायरमेंट ਵਾਸਤੇ ਵੀ ਚੰਗਾ ਹੈ। 1-2 ਕਾਲਰ ਜੁੜੇ ਨੇ, ਉਹਨਾਂ ਦੀ ਗੱਲ ਸੁਣ ਲਈਏ। खुशी जी, ਤੁਹਾਡਾ ਕੀ सवाल? हेलो, बहुत अच्छा आपने इशू रेज किया है। मेरे ख्याल में मोटे तौर पर अगर कहा जाए तो हर एक हाउस होल्ड को अपने बजट, अपने आमदनी के मुताबिक खर्चा करना चाहिए, और अगर खर्चा ज्यादा है तो उसे और कोई धंधा करना चाहिए ताकि और कमाई कर सके, या अपने खर्चे को कम करो, क्योंकि आजकल कंज्यूमरिज्म का बहुत जोर है और हम ऐसी फजूल सी चीजें खरीदते हैं जिनकी हमें एक्चुअली जरूरत नहीं होती। और जहां तक गवर्नमेंट का ताल्लुक है, मेरा ख्याल है कि इनको भी अपने बजट के मुताबिक खर्च करना चाहिए। जितना आमदनी है, लोगों को पता है कि गवर्नमेंट के पास इतना पैसा है, इतना ही हमारे ऊपर खर्च कर। हाँ, ये है कि करप्ट मेथड जो है वो सारे बंद होने चाहिए। अदरवाइज एफर्ट शुड बी कि हमारा बजट जो है वो बैलेंस हो। अगर हमारे पास कम आमदनी काम है तो हमें प्रोजेक्ट अपने कर्टेल करने चाहिए, लोगों को बताना चाहिए कि दिस ऑल ये हम दे सकते हैं, इससे ज्यादा हम नहीं दे सकते। फजूल खर्चियां और कर्जे ले लेके गवर्नमेंट चलाना ये बंद करना चाहिए, क्योंकि अगर हम आज आराम के लिए कर्जे ले लेके गवर्नमेंट के ऊपर बोझ डाल रहे हैं तो हम जो आने वाली नस्लें हैं हम उनके ऊपर बोझ डाल रहे हैं, जो कि वाजिब नहीं है। ये मेरा मोटे तौर पर कहना है, और इसका सख्ती से पालन होना चाहिए। इसमें कोई रूल रियायत की बात नहीं है। तो दैट्स ऑल, थैंक यू वेरी मच। शुक्रिया जी, खुशी जी, वेरी मच। परमजीत सिंह जी, 1 मिनट है जी, सवाल पूछ लो फटाफट। परमजीत सिंह जी, तो डॉक्टर साहब अखीर ते गलबात नूं समेटदे होए की कहना चाहोगे जी? ਇਹ ਕਹਿਣਾ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਉਹ ਠੀਕ ਹੈ ਕਿ ਕੰਜ਼ਿਊਮਰਿਜ਼ਮ ਬਹੁਤ ਫੈਲਾ, ਲੋਕੀ ਲੋੜ ਤੋਂ ਜ਼ਿਆਦਾ ਖਰੀਦਦੇ ਨੇ। ਅਸੀਂ ਗ੍ਰੀਨ ਇਕਨੋਮਿਕਸ ਕਹਿੰਦੇ ਆ ਰਿਡਿਊਸ, ਰੀਸਾਈਕਲ ਐਂਡ ਰੀਯੂਜ਼, ਕਿ ਬੜੀਆਂ ਚੀਜ਼ਾਂ ਨੂੰ ਦੁਬਾਰਾ ਯੂਜ਼ ਕਰ ਸਕਦੇ, ਰੀਸਾਈਕਲਿੰਗ ਕਰ ਸਕਦੇ ਹਾਂ। ਰਿਡਿਊਸ ਹੈ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿ ਲੋੜ ਤੋਂ ਵੱਧ ਨਾ ਖਰੀਦਿਆ ਜਾਵੇ। ਜਿਹੜੀ ਲੋੜ ਤੋਂ ਵੱਧ ਖਰੀਦ ਹੈ ਉਹ ਡਿਮਾਂਡ ਕ੍ਰੀਏਟ ਕਰਦੀ ਹੈ, ਉਹ ਇਨਫਲੇਸ਼ਨ ਨੂੰ ਕੰਟਰੀਬਿਊਟ ਕਰ ਰਹੀ ਹੈ।